ਤੁਸੀਂ ਵੇਖ ਰਹੇ ਹੋ ਜੀ ਇਸ ਵੇਲੇ ਸਾਂਝਾ ਟੀਵੀ ਤੇ ਵਕਤ ਹੋ ਗਿਆ ਹੈ ਪ੍ਰੋਗਰਾਮ ਰੂਹ ਦੀਆਂ ਗੱਲਾਂ ਦਾ। ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ ਲੈ ਕੇ ਮਨਜੀਤ ਕੌਰ ਕੰਗ ਤੁਹਾਡੇ ਵਾਸਤੇ ਇੱਕ ਵਾਰੀ ਫਿਰ ਹਾਜ਼ਰ ਹੈ ਜੀ। ਤੁਹਾਨੂੰ ਸਾਰਿਆਂ ਨੂੰ ਪਿਆਰ ਨਾਲ ਸਤਿਕਾਰ ਦੇ ਨਾਲ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਸਲਾਮ ਅਲੈਕਮ। ਦੋਸਤੋ, ਜੂਨ ਦਾ ਮਹੀਨਾ ਹੋਵੇ ਤੇ ਪਹਿਲਾ ਹਫਤਾ ਹੋਵੇ, ਇਹ ਨਹੀਂ ਹੋ ਸਕਦਾ ਕਿ ਸਾਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ ਸਾਹਿਬ ਦੀ ਯਾਦ ਨਾ ਆਵੇ। ਤੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਨਾਲ ਕੀ ਵਾਪਰਿਆ ਸੀ, ਇਹ ਬੜਾ ਵੱਡਾ ਦੁਖਾਂਤ ਹੈ। ਉਹ ਘੱਲੂਘਾਰਾ ਜਿਹਦੇ ਸੰਬੰਧ ਦੇ ਵਿੱਚ ਗੱਲਬਾਤ ਕਰਨ ਵਾਸਤੇ ਅੱਜ ਮੇਰੇ ਨਾਲ ਮੇਰੇ ਮਹਿਮਾਨ ਨੇ, ਜਿਹੜੇ ਸਮੇਂ ਦੇ ਹਾਣੀ ਵਿਦਵਾਨ ਹਨ, ਭਾਈ ਸਾਹਿਬ ਭਾਈ ਪਰਮਪਾਲ ਸਿੰਘ ਜੀ। ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰ ਰਹੇ ਹਾਂ। ਭਾਈ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਮਾਂ ਕੱਢਿਆ ਜੀ ਇਸ ਖਾਸ ਵਿਸ਼ੇ ਤੇ ਸਾਡੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਸ ਸੋਹਣੇ ਪਲੇਟਫਾਰਮ ਤੇ ਸਮਾਂ ਦਿੱਤਾ ਜੀ। ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਇਹ ਜਿਹੜਾ ਘੱਲੂਘਾਰਾ ਜੂਨ 84 ਵਾਲਾ, ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਕੀ ਪਿਛੋਕੜ ਹੈ ਇਹਦਾ, ਕੀ ਇਤਿਹਾਸ ਹੈ? ਐਕਚੁਅਲੀ ਭੈਣ ਜੀ, ਜੇ ਤੁਸੀਂ ਇਹਨੂੰ ਵਾਈਡਰ ਪ੍ਰੋਸਪੈਕਟ 'ਚ ਦੇਖੋਗੇ ਤਾਂ ਤੁਹਾਨੂੰ ਇੱਕ ਗੱਲ ਕਲੀਅਰ ਹੋਏਗੀ ਕਿ ਬਹੁਤੀ ਵਾਰੀ ਅੱਜ ਦੀ ਜਨਰੇਸ਼ਨ ਜਿਹੜੀ ਹੈ ਜਾਂ ਅੱਜ ਦੇ ਜਿਹੜੇ ਥਿੰਕਰਸ ਨੇ, ਉਹ ਇਹਨੂੰ 1978 ਤੋਂ ਲੈ ਕੇ ਤੇ ਜਾਂ 84 ਤੱਕ ਜਾਂ 84 ਤੋਂ 95 ਤੱਕ ਦੇਖਦੇ। ਪਰ ਜਿਹੜਾ ਮੇਰਾ ਮੰਨਣਾ, ਜੇ ਅਸੀਂ ਇਹਨੂੰ ਡੀਪਰ ਸਟੱਡੀ ਕਰਾਂਗੇ ਵੀ ਅਸਲ ਵਿੱਚ ਨਾ ਜੀ, ਇਹਦੇ ਪਿਛਲੇ ਜਿਹੜੇ ਸਵਾਲ ਨੇ, ਬਹੁਤ ਵਾਰੀ ਅੱਜ ਦੀ ਜਨਰੇਸ਼ਨ ਚੰਗਾ ਹੈ ਕਿ ਉਹ ਸਵਾਲ ਚੱਕਦੀ ਹੈ, ਬਟ ਸਾਨੂੰ ਬਹੁਤ ਸਾਰੇ ਸਵਾਲ ਨਿਕਲ ਕੇ ਆਉਂਦੇ ਨੇ ਕਿ ਅੱਜ ਜਦੋਂ ਅਸੀਂ ਕਈ ਵਾਰੀ ਵੈਸਟਰਨ ਕੰਟਰੀਆਂ ਦੇ ਵਿੱਚ ਕਿਸੇ ਨਾਲ ਗੱਲ ਕਰਦੇ ਹਾਂ, ਜਾਂ ਉਹ ਲੋਕ ਜਿਹੜੇ ਵੈਸਟਰਨ ਕੰਟਰੀਆਂ 'ਚ ਵਸਦੇ ਨੇ, ਉਹ ਡੈਮੋਕ੍ਰੇਸੀ ਦੇ ਅਸਲ ਮਤਲਬ ਸਮਝਦੇ ਨੇ, ਉਹ ਹਮੇਸ਼ਾ ਹੀ ਸਾਨੂੰ ਇੱਕ ਸਵਾਲ ਪੁੱਛਦੇ ਨੇ ਕਿ ਅਸੀਂ ਪੜ੍ਹਿਆ ਸੁਣਿਆ ਹੈ ਕਿ ਸਿੱਖਾਂ ਦੇ ਜਿਹੜਾ ਕੇਂਦਰੀ ਸਥਾਨ ਹੈ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਉਹਦੇ 'ਤੇ ਇੰਡੀਅਨ ਆਰਮੀ ਵੱਲੋਂ ਜਿਹੜਾ ਹੈ ਉਹ ਇੱਕ ਬਰੂਟਲੀ ਬਹੁਤ ਵੱਡਾ ਟੈਂਕ ਐਂਡ ਤੋਪਾਂ ਦੇ ਨਾਲ ਅਟੈਕ ਕੀਤਾ ਗਿਆ ਸੀਗਾ। ਇੱਦਾਂ ਕਿਵੇਂ ਹੋਇਆ ਕਿ ਇੱਕ ਇੰਡੀਅਨ ਆਰਮੀ ਜਿਹੜੀ ਹੈ ਉਹ ਵਰਲਡ ਦੀ 3rd ਲਾਰਜੈਸਟ ਆਰਮੀ ਕਹੀ ਜਾਂਦੀ ਉਸ ਵੇਲੇ, ਉਹ ਆਪਣੇ ਸਿਵਲੀਅਨਸ ਦੇ ਉੱਤੇ ਇੱਦਾਂ ਅਟੈਕ ਕਿਵੇਂ ਕਰੀ? ਮਤਲਬ ਇੱਕ ਬਹੁਤ ਵੱਡਾ ਸਵਾਲ ਹੈ, ਅੱਜ ਦੀ ਜਨਰੇਸ਼ਨ ਨੂੰ ਵੀ ਹੋਏਗਾ। ਕਿਉਂਕਿ ਜੋ ਫੈਕਟਸ ਤੁਹਾਨੂੰ ਗੂਗਲ 'ਤੇ ਸਰਚ ਕੀਤੇ ਆ, ਕਿਉਂਕਿ ਬਹੁਤੀ ਵਾਰੀ ਸਾਰੀਆਂ ਕਿਤਾਬਾਂ ਅਸੀਂ ਨਹੀਂ ਪੜ੍ਹਦੇ, ਛੋਟੇ ਵਿਕੀਪੀਡੀਆ ਤੱਕ ਸੀਮਤ ਰਹਿ ਜਾਂਦੇ ਹਾਂ, ਉਹ ਬਹੁਤ ਸਾਰੀਆਂ ਚੀਜ਼ਾਂ ਬਾਇਸਡ ਵੀ ਹੁੰਦੀਆਂ। ਤੇ ਉੱਥੇ ਜਦੋਂ ਤੁਸੀਂ ਸਿਰਫ ਪੜ੍ਹਦੇ ਹੋ, ਸੁਣਦੇ ਹੋ, ਦੇਖਦੇ ਹੋ, ਤੇ ਤੁਹਾਨੂੰ ਲੱਗਦਾ ਕਿ ਹਾਂ ਸਿੰਪਲੀ ਜਿਹਾ ਨਜ਼ਰ ਆ ਰਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਹੜੇ ਆ ਉਹ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਰਕੇ ਬਹਿ ਗਏ ਸੀਗੇ, ਤੇ ਇੰਡੀਅਨ ਆਰਮੀ ਨੇ ਜਾ ਕੇ ਅਟੈਕ ਕੀਤਾ ਤੇ ਉਹਨਾਂ ਨੂੰ ਉੱਥੋਂ ਜਿਹੜਾ ਉਹ ਮਾਰ ਕੇ, ਸੌਰੀ ਟੂ ਸੇ, ਮਤਲਬ ਜੋ ਉਹਨਾਂ ਦੀ ਭਾਸ਼ਾ ਹੈ, ਤੇ ਅਸੀਂ ਜੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਨੂੰ ਮਿਲੀਟੈਂਟਸ ਤੋਂ ਮੁਕਤ ਕਰਵਾ ਲਿਆ। ਵੇਖਣ ਨੂੰ ਇਹ ਇੰਨਾ ਕੁ ਬੜਾ ਸਾਫ਼ ਸੁਥਰਾ ਜਿਹਾ ਨਜ਼ਰ ਹੀ ਪੈਂਦਾ ਵੀ ਠੀਕ ਹੈ, ਨਵੀਂ ਜਨਰੇਸ਼ਨ ਆ ਉਹ ਸੋਚਦੀ ਹੈ ਵੀ ਯਾਰ ਆਰਮੀ ਥੋੜ੍ਹੀ ਨਾ ਕਦੀ ਗੜਬੜ ਕਰ ਸਕਦੀ। ਜਿਹੜੀ ਪੁਲਿਸ ਹੁੰਦੀ ਹੈ ਜਾਂ ਦੇਸ਼ ਦੀ ਆਰਮੀ ਹੁੰਦੀ ਹੈ, ਉਹ ਤਾਂ ਸੰਵਿਧਾਨ ਦੀ ਸਹੁੰ ਚੱਕਦੀ ਹੈ, ਉਹ ਤਾਂ ਬੜੇ ਨਿਯਮਾਂ ਦੇ ਪੱਕੇ ਹੁੰਦੇ ਨੇ, ਉਹ ਤਾਂ ਵਰਦੀ ਪਾਉਂਦੇ ਨੇ, ਡਿਸਿਪਲਿਨਡ ਹੁੰਦੇ ਨੇ, ਉਹ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਦੇ। ਸਾਡੀ ਨਵੀਂ ਜਨਰੇਸ਼ਨ ਸੁਰੱਖਿਆ ਵਾਸਤੇ ਹੁੰਦੇ ਨੇ, ਕਿਹਾ ਹੀ ਜਾ, ਹਾਂ, ਉਹ ਤਾਂ ਦੇਸ਼ ਦੀ ਰੱਖਿਆ ਲਈ ਨੇ, ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਲਈ ਨੇ, ਉਹ ਤਾਂ ਦੇਸ਼ ਦੀ ਡਿਊਟੀ ਤੇ ਨੇ, ਕਿਉਂਕਿ ਆਰਮੀ ਮੀਨਸ ਡਿਊਟੀ। ਪਰ ਜਦੋਂ ਅਸੀਂ 1984 ਦਾ ਇਹ ਸਾਰਾ ਘੱਲੂਘਾਰਾ ਦੇਖਦੇ ਹਾਂ, ਇਹਦੇ ਪਿਛੋਕੜ ਸਮਝ ਲੱਗਦੇ ਨੇ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਹੜੇ ਅੰਮ੍ਰਿਤ ਛਕਾਉਂਦੇ ਨੇ, ਕਥਾ ਕਰਦੇ ਨੇ, ਲੋਕਾਂ ਨੂੰ ਗੁਰਬਾਣੀ ਨਾਲ ਜੋੜਦੇ ਨੇ, ਔਰ ਸੰਤ ਜੀ ਤੋਂ ਪਹਿਲੇ ਜਿਹੜੇ ਸੰਤ ਨੇ ਦਮਦਮੀ ਟਕਸਾਲ ਦੇ, ਉਹਨਾਂ ਸਾਰਿਆਂ ਨੇ ਆਪਣੇ ਪਿਛੋਕੜ ਵਿੱਚ ਕਿਸੇ ਨੂੰ ਤੁਸੀਂ ਇਸ ਲੈਵਲ ਦਾ ਹਥਿਆਰਬੰਦ ਨਹੀਂ ਦੇਖੋਗੇ। ਤੁਸੀਂ ਕੋਈ ਤਸਵੀਰ ਵੀ ਪਹਿਲੇ ਟਕਸਾਲ ਦੇ ਮੁਖੀਆਂ ਦੀ, ਮੇਰੇ ਖਿਆਲ ਮੁਤਾਬਕ, ਮੈਂ ਨਹੀਂ ਵੇਖੀ, ਕਿਸੇ ਨੇ ਵੇਖੀ ਹੋਵੇ ਤਾਂ ਮੈਨੂੰ ਨਹੀਂ ਪਤਾ, ਕਿ ਰਿਵਾਲਵਰ ਦੇ ਨਾਲ ਜਾਂ ਕਿਸੇ ਵੀ ਫਾਇਰ ਵੈਪਨਸ ਦੇ ਨਾਲ ਉਹਨਾਂ ਦੀ ਕੋਈ ਤਸਵੀਰ ਤੁਹਾਨੂੰ ਨਹੀਂ ਮਿਲੇਗੀ। ਸਾਰੇ ਮਹਾਂਪੁਰਖਾਂ ਨੇ ਜਿਹੜਾ ਹੈ ਉਹ ਬੜਾ ਪੀਸਫੁਲੀ ਗੁਰਬਾਣੀ ਦਾ ਅਧਿਐਨ ਕਰਾਇਆ ਬੱਚਿਆਂ ਨੂੰ, ਨੌਜਵਾਨਾਂ ਨੂੰ, ਉਹਨਾਂ ਦੇ ਪੜ੍ਹਾਏ ਹੋਏ ਪ੍ਰਚਾਰਕ ਪੂਰੀ ਦੁਨੀਆ 'ਚ ਜਿਹੜੇ ਉਹ ਕਥਾਵਾਚਕ ਬਣਦੇ ਨੇ। ਔਰ ਇੱਕ ਐਸਾ ਸੈਕਟ ਹੈ ਸਾਡਾ, ਇੱਕ ਐਸਾ ਸਿੱਖਾਂ ਦਾ ਹਿੱਸਾ ਹੈ ਜਿਹੜਾ ਗੁਰਬਾਣੀ ਦੇ ਉੱਤੇ ਰਿਸਰਚ ਕਰਕੇ ਜਿਹੜਾ ਉਹ ਕੰਮ ਕਰ ਰਿਹਾ ਸੀ। ਸੋ ਕੀ ਜ਼ਰੂਰਤ ਪੈ ਗਈ ਉਹਨਾਂ ਨੂੰ ਵੀ, ਕੀ ਜ਼ਰੂਰਤ ਪੈ ਗਈ ਕਿ ਹੱਥਾਂ 'ਚੋਂ ਗੁਟਕਾ ਸਾਹਿਬ ਛੱਡ ਕੇ
ਮਤਲਬ ਬਾਣੀ ਪੜ੍ਹਦੇ ਆਪਣਾ ਜਿਹੜਾ ਉਹ ਪ੍ਰਚਾਰ ਦਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਛੱਡ ਕੇ ਉਹ ਹਥਿਆਰਬੰਦ ਸੰਘਰਸ਼ ਲਈ ਮਜਬੂਰ ਹੋਏ। ਇਹ ਚੀਜ਼ਾਂ ਜੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਤੁਰਾਂਗੇ ਤਾਂ ਫਿਰ ਸਾਨੂੰ ਪਹਿਲਾ ਜਿਹੜਾ ਫੈਕਟ ਲੱਭੂਗਾ ਉਹ ਲੱਭੂਗਾ ਕਿ 1978 ਦੇ ਵਿੱਚ ਇੱਕ ਨਿਰੰਕਾਰੀ ਸਾਕਾ ਹੁੰਦਾ ਜਿਹਦੇ ਵਿੱਚ 13 ਸਿੰਘ ਜਿਹੜੇ ਆ ਉਹ ਸ਼ਹੀਦ ਹੁੰਦੇ ਨੇ। ਉਹ 13 ਸਿੰਘ ਕਿਉਂ ਸ਼ਹੀਦ ਹੁੰਦੇ ਨੇ? ਉਹਨਾਂ ਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਕਿਹਨਾਂ ਨੇ ਉਹਨਾਂ ਨੂੰ ਕਤਲ ਕੀਤਾ? ਅਦਾਲਤਾਂ ਨੇ। ਸਾਨੂੰ ਅੱਜ ਤੱਕ 36 ਤੋਂ ਵੀ ਵੱਧ ਸਾਲ ਹੋ ਗਏ, ਸਾਨੂੰ ਨਹੀਂ ਪਤਾ ਲੱਗਾ। ਸੋ ਕਾਰਨ ਕੀ ਹੈ ਜੀ ਕਿ ਉੱਥੇ ਇੱਕ ਨਿਰੰਕਾਰੀ ਸਾਧ ਜਿਹੜਾ ਹੈ ਬਾਬਾ ਹਰਦੇਵ ਸਿੰਘ, ਉਹਨੂੰ ਉੱਥੇ ਬਾਬਾ ਗੁਰਬਚਨ ਸਿੰਘ ਸੌਰੀ, ਉੱਥੇ ਉਹ ਵਿਸਾਖੀ ਵਾਲਾ ਦਿਨ ਚੁਣਿਆ ਜਾਂਦਾ ਤੇ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਕੇ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ 5 ਪਿਆਰੇ ਜਾਂਦੇ ਨੇ, ਉਹਦੇ 7 ਸਿਤਾਰੇ ਜਾਂਦੇ ਸੀ, ਕੁਛ ਐਸਾ ਸਵਾਂਗ ਬਣਾ ਕੇ ਉਹ ਅੰਮ੍ਰਿਤਸਰ ਦੀ ਧਰਤੀ ਤੇ ਸਿੱਖਾਂ ਦਾ ਮੂੰਹ ਚੜਾਉਣ ਲਈ ਉੱਥੇ ਇੱਕ ਕਾਰਜ ਕੰਮ ਕੀਤਾ ਜਾਂਦਾ, ਜਿਸ ਨੂੰ ਰੋਕਣ ਵਾਸਤੇ ਜਿਹੜੇ ਸਿੰਘ ਜਾਂਦੇ ਨੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਉਹਨਾਂ ਦੇ ਮੁਖੀ ਭਾਈ ਫੌਜਾ ਸਿੰਘ ਜੀ, ਐਂਡ ਉਹਨਾਂ ਦੇ ਉੱਤੇ ਜਿਹੜੀ ਉਹ ਅੰਨੀ ਗੋਲਾਬਾਰੀ ਕੀਤੀ ਜਾਂਦੀ ਹੈ ਪੁਲਿਸ ਦੀ ਮੌਜੂਦਗੀ ਵਿੱਚ। ਤੇ ਦੇਖਿਆ ਜਾਂਦਾ ਹੈ ਕਿ ਸਟੇਟ ਜਿਹੜੀ ਹੈ ਉਹ ਸ਼ਾਇਦ ਇਹ ਸਾਰਾ ਕਾਰਾ ਕਰਾ ਰਹੀ ਸੀਗੀ। ਉਸ ਤੋਂ ਬਾਅਦ ਹੌਲੀ ਹੌਲੀ ਇਹ ਸਾਰੀਆਂ ਭਾਵਨਾਵਾਂ ਭਟਕਦੀਆਂ ਨੇ। ਸੋ ਮੈਂ ਇਹਦੀ ਜੇ ਅਸਲ ਪਿਛੋਕੜ ਵੱਲ ਜੇ ਗੱਲ ਕਰੀਏ ਕਿ ਇਹ ਵੀ ਆਮ ਕਰਕੇ ਲੱਗੇਗਾ ਕਿ ਕਿਉਂ ਕਰਦੀ ਹੈ ਸਰਕਾਰ ਏਦਾਂ? ਵਿਸਾਖੀ ਵਾਲੇ ਦਿਨ ਹੀ ਅੰਮ੍ਰਿਤਸਰ ਦੀ ਧਰਤੀ ਤੇ ਕੋਈ ਸਿੱਖਾਂ ਦਾ ਮੂੰਹ ਚੜਾਏਗਾ ਤੇ ਕੀ ਉਹਨੂੰ ਪਤਾ ਨਹੀਂ ਹੈ ਕਿ ਸਿੱਖ ਰੋਹ ਵਿੱਚ ਆਉਣਗੇ ਜਾਂ ਕੁਛ ਏਦਾਂ ਕਰਨਗੇ? ਜਾਂ ਹੁਣੇ ਆਪਾਂ ਲੇਟੈਸਟ ਦੇਖਿਆ ਅੱਜ ਦੇ ਸਿਨੈਰੀਓ 'ਚ ਕਿ ਇੱਕ ਬਲਾਤਕਾਰੀ ਸੌਦਾ ਸਾਧ ਹੈ, ਉਹ ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਪਾਉਂਦਾ ਹੈ, ਉਹਨਾਂ ਵਾਂਗ ਉਹ ਇੱਕ ਰੂਹ ਅਫਜ਼ਾ ਦਾ ਵੱਡਾ ਸਾਰਾ ਬਾਟਾ ਜਿਹਾ ਬਣਾਉਂਦਾ ਹੈ ਐਂਡ ਉਹ ਸਾਰਾ ਕੁਛ ਉੱਦਾਂ ਹੀ ਕ੍ਰੀਏਟ ਕਰਦਾ ਜਿਵੇਂ ਹਿਸਟਰੀ ਦੇ ਵਿੱਚ ਅਸੀਂ ਗੁਰੂ ਸਾਹਿਬਾਨਾਂ ਨਾਲ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਡੀਪਲੀ ਸਮਝਾਂਗੇ ਤੇ ਇਹ ਵੇਖਣ ਨੂੰ ਬੜੇ ਸੋਹਣੇ ਸੁਨੱਖੇ ਜਿਹੇ ਵਰਤਾਰੇ ਨਹੀਂ ਹੁੰਦੇ। ਇਹਦੇ ਪਿੱਛੇ ਸਟੇਟ ਦਾ ਏਜੰਡਾ ਹੁੰਦਾ, ਲੋਕਾਂ ਦੀਆਂ ਭਾਵਨਾਵਾਂ ਨੂੰ ਭਟਕਾਉਣ ਦਾ, ਸ਼ਾਂਤੀ ਨੂੰ ਅਸਲ ਲਾਂਬੂ ਲਾਉਣ ਦਾ। ਕਿਹਾ ਇਹ ਜਾਊਗਾ ਕਿ ਸਿੱਖਾਂ ਦੇ ਕੀਤੇ ਹੋਏ ਕੰਮ ਨੇ ਸ਼ਾਂਤੀ ਪੰਜਾਬ ਦੀ ਭੰਗ ਕੀਤੀ ਜੀ, ਦੇਖੋ ਜੀ ਹਥਿਆਰਬੰਦ ਹੋ ਗਏ ਜੀ, ਉਹਨਾਂ ਨੇ ਜੀ ਏਡਾ ਵੱਡਾ ਸੰਘਰਸ਼ ਕੀਤਾ ਜੀ, ਪੰਜਾਬ ਦੀ ਸ਼ਾਂਤੀ ਭੰਗ ਹੋ ਗਈ। ਪਰ ਪੰਜਾਬ ਦੀ ਇਸ ਸ਼ਾਂਤੀ ਭੰਗ ਦਾ ਮਾਸਟਰਮਾਈਂਡ ਕੌਣ ਹੈ? ਅਸੀਂ ਸੰਤ ਜਰਨੈਲ ਸਿੰਘ ਨੂੰ ਤਾਂ ਮਾਸਟਰਮਾਈਂਡ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦੀ ਪਿਛੋਕੜ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਕਿਤੇ ਉਹਨਾਂ ਨੇ ਜ਼ਿੰਦਗੀ 'ਚ ਇੱਕ ਵੀ ਜਿਹੜਾ ਉਹ ਤਿੱਖਾ ਬਿਆਨ ਇਸ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਦਿੱਤਾ ਹੋ। ਤੁਸੀਂ ਏਦਾਂ ਦੀ ਕੋਈ ਚੀਜ਼ ਦੇਖੀ ਨਹੀਂ ਹੋਏਗੀ। ਸੋ ਮੈਂ ਸਭ ਤੋਂ ਵੱਧ ਦੋਸ਼ੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਇਸ ਲਈ ਠਹਿਰਾਉਣਾ ਚਾਹੁੰਦਾ ਉਸ ਵੇਲੇ ਦੀ ਜਿਹੜੀ ਮਿਸਿਸ ਇੰਦਰਾ ਗਾਂਧੀ ਨੇ, ਕਿ ਕਿਉਂਕਿ ਉਹ ਬੁਰੀ ਤਰ੍ਹਾਂ ਇਲੈਕਸ਼ਨ ਹਾਰ ਚੁੱਕੇ ਸੀ, ਐਮਰਜੈਂਸੀ ਲੱਗੀ ਸੀਗੀ। ਐਮਰਜੈਂਸੀ ਦੇ ਵਿੱਚ ਸਭ ਤੋਂ ਵੱਧ ਉਹਦਾ ਵਿਰੋਧ ਪੰਜਾਬ 'ਚ ਬੈਠੇ ਸਿੱਖਾਂ ਨੇ ਕੀਤਾ ਕਿਉਂਕਿ ਅਸੀਂ ਸਿੱਖ ਕੌਮ ਦੇ ਖੂਨ 'ਚ ਹੈ। ਅਸੀਂ ਕਿਸੇ ਵੀ ਜ਼ਬਰ ਦਾ ਜਿਹੜਾ ਹੈ ਉਹ ਵਿਰੋਧ ਹਰ ਹਾਲ ਵਿੱਚ ਡਟ ਕੇ ਕਰਦੇ ਹਾਂ, ਚਾਹੇ ਬਾਬਰ ਹੋਵੇ, ਚਾਹੇ ਜਹਾਂਗੀਰ ਹੋਵੇ, ਚਾਹੇ ਔਰੰਗਜ਼ੇਬ ਹੋਵੇ, ਚਾਹੇ ਅਬਦਾਲੀ ਹੋਵੇ, ਚਾਹੇ ਮੀਰ ਮੰਨੂ ਹੋਵੇ, ਚਾਹੇ ਵੈਸਟਰਨ ਵਰਲਡ ਤੋਂ ਇੱਥੋਂ ਸਾਡੇ ਦੇਸ਼ ਤੇ ਰਾਜ ਕਰਨ ਗਏ ਬ੍ਰਿਟਿਸ਼ ਪੀਪਲਸ ਹੋਣ, ਅਸੀਂ ਹਰ ਵਾਰੀ ਡਟ ਕੇ ਵਿਰੋਧ ਕੀਤਾ। ਸੋ ਇਹ ਵੀ ਉੱਦਾਂ ਦਾ ਹੀ ਵਿਰੋਧ ਸੀਗਾ ਕਿ ਉਸ ਵੇਲੇ ਐਮਰਜੈਂਸੀ ਵਿੱਚ ਉਹ ਮਿਸਿਸ ਇੰਦਰਾ ਗਾਂਧੀ ਦੇ ਮਨ ਵਿੱਚ ਜਿਹੜਾ ਉਹ ਇਸ ਗੱਲ ਦਾ ਤੌਖਲਾ ਸੀਗਾ ਕਿ ਜਿਹੜਾ ਸਿੱਖ ਕਮਿਊਨਿਟੀ ਨੇ ਮੇਰੇ ਖਿਲਾਫ ਜਿਹੜਾ ਉਹ ਏਡਾ ਵੱਡਾ ਸਟੈਪ ਅਪ ਕੀਤਾ। ਸੋ ਇਹਦੇ ਨਾਲ ਅਗਲੀ ਗੱਲ ਇਹ ਜੁੜਦੀ ਹੈ ਕਿ ਹੁਣ ਭਾਰਤ ਵਿੱਚ ਵੇਖਣ ਨੂੰ ਕਿਹਾ ਜਾਂਦਾ ਕਿ ਬਹੁਤ ਵੱਡਾ ਵਰਲਡ ਦਾ ਜਿਹੜਾ ਉਹ ਲਾਰਜੈਸਟ ਡੈਮੋਕ੍ਰੇਸੀ ਹੈ, ਅੱਜ ਤੱਕ ਵੀ ਇਸ ਗੱਲ ਦਾ ਢੰਡੋਰਾ ਪਿੱਟਿਆ ਜਾਂਦਾ ਹੈ। ਪਰ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਨੂੰ ਦੇ ਵਿੱਚ ਸਰਵਾਈਵ ਕਰਨ ਲਈ ਹਮੇਸ਼ਾ ਘੱਟ ਗਿਣਤੀਆਂ ਤੇ ਬਹੁ ਗਿਣਤੀਆਂ ਦਾ ਪੱਤਾ ਖੇਡਿਆ ਜਾਂਦਾ, ਹਮੇਸ਼ਾ ਮੁਸਲਿਮ ਤੇ ਜਾਤੀਵਾਦੀ ਵੋਟਾਂ ਦਾ ਪੱਤਾ ਖੇਡਿਆ ਜਾਂਦਾ। ਸੋ ਮੈਨੂੰ 1984 ਦੇ ਜਿਹੜੇ ਕਾਰਨ ਨੇ ਉਹਨਾਂ ਦੇ ਪਿੱਛੇ ਇਹ ਵੀ ਵੱਡੀ ਚੀਜ਼ ਲੱਗਦੀ ਹੈ ਕਿ ਮਿਸਿਸ ਇੰਦਰਾ ਗਾਂਧੀ ਨੂੰ ਇੰਝ ਲੱਗਦਾ ਹੈ ਕਿ ਜੇ ਮੈਂ ਕਿਸੇ ਇੱਕ ਘੱਟ ਗਿਣਤੀ ਨੂੰ ਇਸ ਢੰਗ ਨਾਲ ਕੌਨਸਪੀਰੈਂਸੀ ਦੇ ਤਹਿਤ ਕੁੱਟਾਂਗੀ ਜਾਂ ਉਹਨਾਂ ਨੂੰ ਮਾਰਾਂਗੀ ਜਾਂ ਉਹਨਾਂ ਦਾ ਇਹ ਹਸ਼ਰ ਕਰਾਂਗੀ ਤੇ ਜਿਹੜੀ ਬਹੁ ਗਿਣਤੀ ਹੈ ਉਹ ਮੈਨੂੰ ਖੁਸ਼ ਹੋ ਕੇ ਵੋਟ ਕਰੇਗੀ। ਅਸਲ ਵਿੱਚ ਪ੍ਰੈਕਟੀਕਲੀ ਵੀ ਇਦਾਂ ਹੀ ਹੋਇਆ ਕਿ ਉਹਨੀ ਜਿਹੜੀ ਉਹਦਾ ਦੁਰਗਾ ਵਾਲਾ ਰੂਪ, ਉਹ ਜਿਹੜਾ ਸਾਰੀਆਂ ਚੀਜ਼ਾਂ ਬਾਅਦ ਵਿੱਚ ਸਾਹਮਣੇ ਆਈਆਂ ਜਾਂ ਉਹ ਇਲੈਕਸ਼ਨ ਜਿੱਤੇ ਬਹੁਤ ਵੱਡੇ ਬਹੁਮਤ ਦੇ ਨਾਲ, ਤਾਂ ਉਹਦੇ ਪਿੱਛੇ ਇੱਕ ਮਾਈਂਡ ਸੈੱਟ ਜ਼ਰੂਰ ਹੈ ਕਿ ਜਦੋਂ ਘੱਟ ਗਿਣਤੀਆਂ ਨੂੰ ਕੁੱਟ ਪੈਂਦੀ ਹੈ ਤੇ ਉਹਨਾਂ ਨੂੰ ਮਿਲੀਟੈਂਟ ਪੇਸ਼ ਕੀਤਾ ਜਾਂਦਾ ਹੈ, ਅੱਤਵਾਦੀ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਬਹੁ ਗਿਣਤੀ ਜਿਹੜੀ ਹੈ ਉਹ ਇੱਥੇ ਖੁਸ਼ ਹੁੰਦੀ ਹੈ। ਇਹੋ ਜਿਹੇ ਜਿਹੜੇ ਪੈਂਤੜੇ ਨੇ ਉਹ ਹਮੇਸ਼ਾ ਹੀ ਹੁਕਮਰਾਨ ਜਿਹੜਾ ਹੈ ਉਹ ਖੇਡਦਾ ਹੈ। ਸੋ ਮੈਨੂੰ ਇੰਝ ਲੱਗਦਾ ਕਿ ਸੰਤ ਜਰਨੈਲ ਸਿੰਘ ਹੋਣਾ ਦੇ ਵੇਲੇ ਵੀ, ਕਿਉਂਕਿ ਜੇ ਤੁਸੀਂ ਮੰਗਾਂ ਦੀ ਗੱਲ ਕਰੋ ਬੜੀਆਂ ਜੇਨੂਅਨ ਹੈ। ਇੱਕ ਮਿੰਟ ਭਾਈ ਸਾਹਿਬ, ਆਪਾਂ ਮੰਗਾਂ ਦੀ ਗੱਲ ਤੇ ਆਉਂਦੇ ਆ, ਪਰ ਉਸ ਤੋਂ ਪਹਿਲਾਂ
ਇੱਕ ਦੁਬਿਧਾ ਮੇਰੇ ਵਾਂਗ ਸ਼ਾਇਦ ਬਹੁਤ ਸਾਰੇ ਸਾਡੇ ਸੁਣਨ ਵਾਲਿਆਂ ਦੀ, ਵੇਖਣ ਵਾਲਿਆਂ ਦੀ ਵੀ ਹੋਵੇ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਕੀ ਇਹਨਾਂ ਦੀ ਸੋਚ ਪਹਿਲਾਂ ਤੋਂ ਇਹੀ ਸੀ ਜਾਂ ਪਹਿਲਾਂ ਇਹ ਕਿਸੇ ਹੋਰ ਵਿਚਾਰਧਾਰਾ ਦੇ ਮਤਲਬ ਧਾਰਨੀ ਸਨ? ਕਿਉਂਕਿ ਲੋਕਾਂ ਦੇ ਮਨਾਂ 'ਚ ਤੌਖਲਾ ਜ਼ਰੂਰ ਹੈ ਜੀ। ਦੇਖੋ ਜੀ, ਹਾਂ, ਬਹੁਤ ਜੈਨੂਇਨ, ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਕਿਉਂਕਿ ਦੇਖੋ, ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਦਮਦਮੀ ਟਕਸਾਲ ਦੇ ਜਿਹੜੇ ਸੰਤ ਜੀ ਤੋਂ ਪਹਿਲੇ ਮੁਖੀ ਨੇ, ਉਹਨਾਂ ਵਿੱਚ ਕਿਸੇ ਨੇ ਵੀ ਇੱਦਾਂ ਦਾ ਜਿਹੜਾ ਨਵੇਂ ਯੁੱਗ ਵਿੱਚ, ਜੇ ਬਾਬਾ ਦੀਪ ਸਿੰਘ ਜੀ ਤੋਂ ਉਹਨਾਂ ਨੇ ਇੱਕ ਬਹੁਤ ਵੱਡਾ ਇੱਕ ਟਕਸਾਲ ਦਾ ਕੇਂਦਰ ਚਲਾਇਆ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਕੀਤਾ ਹੋਇਆ, ਇੱਕ ਬਹੁਤ ਵੱਡਾ ਕਹਿ ਲਓ ਵੀ ਬੁੰਗਾ ਲਿਖਾਰੀਆਂ ਕਰਕੇ ਇਤਿਹਾਸ ਵਿੱਚ ਆਉਂਦਾ ਹੈ ਕਿ ਜਿੱਥੇ ਪੰਥ ਦੇ ਵਿਦਵਾਨ ਪੈਦਾ ਕੀਤੇ ਜਾਂਦੇ ਸੀ, ਯੋਧੇ ਪੈਦਾ ਕੀਤੇ ਜਾਂਦੇ ਸੀ, ਉਹ ਦਮਦਮਾ ਸਾਹਿਬ ਦੇ ਵਿੱਚ ਜਿਹੜਾ ਪੰਥ ਨੂੰ ਜਿਹੜਾ ਆਰਮਡ ਬੈਕਅਪ ਦਿੱਤਾ ਜਾਂਦਾ ਸੀਗਾ, ਉਹ ਬਾਬਾ ਜੀ ਉੱਥੇ ਬੈਠੇ ਤਿਆਰ ਕਰਦੇ ਸੀ। ਉਸ ਤੋਂ ਮਗਰੋਂ ਕਿਸੇ ਵੀ ਮੁਖੀ ਨੇ ਕੋਈ ਹਥਿਆਰਬੰਦ ਸੰਘਰਸ਼ ਜਿਹੜਾ ਉਹ ਨਹੀਂ ਕੀਤਾ। ਔਰ ਜਦੋਂ ਸੰਤ ਜਰਨੈਲ ਸਿੰਘ ਹੋਰਾਂ ਦੀ ਗੱਲ ਕਰੀਏ, ਉਹਨਾਂ ਨੂੰ ਪੱਗ ਵੱਜੀ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਤੋਂ ਬਾਅਦ, ਜਦੋਂ ਉਹਨਾਂ ਨੂੰ ਪੱਗ ਵੱਜਦੀ ਹੈ, ਉਸ ਵੇਲੇ ਵੀ ਉਹਨਾਂ ਦੇ ਮਨ ਵਿੱਚ ਕਿਸੇ ਕਿਸਮ ਦਾ ਕੋਈ ਸਰਕਾਰ ਪ੍ਰਤੀ, ਸਟੇਟ ਪ੍ਰਤੀ ਤੌਖਲਾ ਨਹੀਂ ਹੈ। ਇਹ ਗੱਲ ਆਪਾਂ ਬਿਲਕੁਲ ਧਿਆਨ ਨਾਲ ਸਮਝਣੀ ਪੈਣੀ ਹੈ ਜੀ, ਕਿਉਂਕਿ ਇੱਥੋਂ ਹੀ ਕੌਨਸਪੀਰੈਂਸੀ ਦਾ ਮੁੱਢ ਵੱਜਦਾ ਕਿ ਸੰਤ ਜਰਨੈਲ ਸਿੰਘ ਹੋਰਾਂ ਦੀ ਕਥਾ ਸੁਣੋ ਤੁਸੀਂ, ਪਹਿਲਾਂ ਵਾਲੀ ਜਿਹੜੀ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਦੀ ਕਥਾ, ਤੁਹਾਨੂੰ 1% ਨਾਟ ਅ ਸਿੰਗਲ ਪਰਸੈਂਟ ਤੁਹਾਨੂੰ ਉਹਦੇ 'ਚ ਕਿਸੇ ਕਿਸਮ ਦੀ ਜਿਹੜੀ ਹੈ ਉਹ ਤਲਖੀ ਨਹੀਂ ਕਦੇ ਵੀ ਹੋਏਗੀ। ਕਿਉਂਕਿ ਬਾਣੀ ਪੜ੍ਹਨ ਵਾਲਾ ਬੰਦਾ, ਜਿਹੜਾ ਬਾਣਾ ਪਾਉਣ ਵਾਲਾ, ਔਰ ਸਿੱਖ ਕੌਮ ਦੇ ਏਡੇ ਵੱਡੇ ਇੱਕ ਇੰਸਟੀਟਿਊਸ਼ਨ ਦਾ ਜਿਹੜਾ ਮੁਖੀ ਹੋਵੇ, ਉਹਦੇ ਮਨ ਵਿੱਚ ਕਦੀ ਵੀ ਇੱਦਾਂ ਦਾ ਤੌਖਲਾ ਜਿਹੜਾ ਉਹ ਕਿਸੇ ਪ੍ਰਤੀ ਨਹੀਂ ਸੀ ਹੈਗਾ। ਬੜੇ ਸਾਦੇ ਜੀਵਨ ਵਾਲੇ ਨੇ, ਮਤਲਬ ਉਹਨਾਂ ਦੀਆਂ ਜੇ ਹਿਸਟਰੀ ਦੇ ਵਿੱਚ ਛੋਟੀਆਂ ਘਟਨਾਵਾਂ ਪੜ੍ਹਾਂਗੇ ਤਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਸ਼ਾਇਦ ਗੱਲ ਕਲੀਅਰ ਹੋ ਜੂਗੀ। ਉਹ ਇਤਿਹਾਸ ਵਿੱਚ ਆਉਂਦਾ ਹੈ ਵੀ ਇੱਕ ਵਾਰੀ ਉਹਨਾਂ ਨੂੰ ਪਟਿਆਲੇ ਕਿਸੇ ਕੰਮ ਮਹਾਂਪੁਰਖਾਂ ਵੱਲੋਂ ਭੇਜਿਆ ਗਿਆ ਤੇ ਉਹ ਚੱਪਲ ਪਾਈ ਨਹੀਂ ਸੀ ਹੋਈ ਤੇ ਨੰਗੀ ਪੈਰੀਂ ਆ ਗਏ। ਤੇ ਉੱਥੋਂ ਜਿਹੜੇ ਵਿਦਵਾਨ ਨੂੰ ਉਹਨਾਂ ਨੇ ਮਿਲਣਾ ਸੀ ਤੇ ਉਹਨਾਂ ਨੇ ਉੱਥੋਂ ਉਹਨਾਂ ਨੂੰ ਇੱਕ ਚੱਪਲਾਂ ਦੇ ਦਿੱਤੀਆਂ, ਕਿਉਂਕਿ ਉਹਨਾਂ ਪਟਿਆਲਾ ਯੂਨੀਵਰਸਿਟੀ 'ਚ ਕਿਸੇ ਕਾਰਜ ਲਈ ਜਾਣਾ ਸੀਗਾ। ਤੇ ਉਹਨਾਂ ਨੇ ਕਿਹਾ ਵੀ ਚੱਪਲਾਂ ਪਾ ਕੇ ਜਾਓ, ਤੇ ਚੱਪਲਾਂ ਪਾ ਲਈਆਂ। ਤੇ ਜਦੋਂ ਵਾਪਸੀ ਤੇ ਬੱਸ ਚੜ੍ਹਨ ਲੱਗੇ ਤੇ ਉਹ ਚੱਪਲਾਂ ਉੱਥੇ ਰੱਖ ਕੇ ਬੱਸ ਤੇ ਚੜ੍ਹੇ ਤੇ ਉਹਨਾਂ ਨੂੰ ਕਹਿੰਦੇ ਬਾਰੀ ਥਾਣੀ ਕਿ ਆਪਣੀਆਂ ਚੱਪਲਾਂ ਚੱਕ ਲਿਓ। ਇਹ ਸਟੋਰੀ ਬੜੇ ਵਿਸਥਾਰ 'ਚ ਹੈ, ਪਰ ਮੈਂ ਸ਼ਾਰਟ ਕਰਕੇ ਸੁਣਾਈ ਕਿ ਜਿਹੜਾ ਬਾਬਾ ਜਰਨੈਲ ਸਿੰਘ ਇੰਨਾ ਸਿੰਪਲ ਤੇ ਸਾਦਾ ਹੈ ਕਿ ਨੰਗੇ ਪੈਰੀ ਪਟਿਆਲੇ ਜਾ ਸਕਦਾ ਹੈ, ਤੇ ਉੱਥੋਂ ਮਿਲੀਆਂ ਹੋਈਆਂ ਚੱਪਲਾਂ ਦੇ ਉੱਤੇ ਵੀ ਅਧਿਕਾਰ ਨਹੀਂ ਜਮਾਉਂਦੇ, ਔਰ ਉਹ ਚੱਪਲਾਂ ਵੀ ਵਾਪਸ ਉਸ ਵਿਦਵਾਨ ਨੂੰ ਉੱਥੇ ਦੇ ਕੇ ਮੁੜ ਆਉਂਦੇ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਦੇ ਮਨ ਵਿੱਚ ਕਦੀ ਇਸ ਕਿਸਮ ਦੀ ਲਾਲਸਾ ਹੋਏਗੀ ਕਿ ਮੈਂ ਕੱਲ ਨੂੰ ਦਿੱਲੀ ਨਾਲ ਇਸ ਲੈਵਲ ਤੇ ਟੱਕਰ ਲੈਣੀ ਹੈ? ਸੋ ਉਹਨਾਂ ਨੂੰ ਜਿਹੜਾ ਉਕਸਾਇਆ ਗਿਆ, ਜਿਹੜਾ ਉਹਨਾਂ ਨੂੰ ਹੌਲੀ ਹੌਲੀ ਉਹਨਾਂ ਦੇ ਆਲੇ ਦੁਆਲੇ ਇੱਕ ਐਸੀ ਘੇਰਾਬੰਦੀ ਕੀਤੀ ਗਈ ਕਿ ਜਦੋਂ ਉਹ ਦੇਖ ਰਹੇ ਨੇ, ਸਾਰਾ ਸਿਨੈਰੀਓ ਦੇਖ ਰਹੇ ਨੇ ਕਿ ਧਰਮ ਯੁੱਧ ਮੋਰਚਾ ਸ਼ਾਂਤਮਈ ਢੰਗ ਦੇ ਨਾਲ ਗ੍ਰਿਫਤਾਰੀਆਂ ਦੇ ਕੇ ਸ਼ੁਰੂ ਕੀਤਾ ਗਿਆ ਸੀ, ਅਕਾਲੀ ਦਲ ਦੇ ਨਾਲ ਸਹਿਮਤੀ ਦੇ ਨਾਲ ਸਾਂਝੇ ਤੌਰ ਦੇ ਉੱਤੇ ਜਿਹੜਾ ਅਲਾਈਅੰਸ ਕਰਕੇ ਉਹਨੂੰ ਸ਼ੁਰੂ ਕੀਤਾ ਗਿਆ ਸੀਗਾ। ਬਟ ਜਦੋਂ ਕਿਸੇ ਵੀ ਗੱਲ, ਮੈਂ ਕਿਉਂਕਿ ਮੰਗਾਂ ਦੀ ਗੱਲ ਤਾਂ ਕਰ ਰਿਹਾ ਕਿਉਂਕਿ ਮੰਗਾਂ ਦੇ ਵਿੱਚੋਂ ਤੁਹਾਨੂੰ ਉਹਨਾਂ ਦੀ ਜਿਹੜੀ, ਮੈਂ ਇਹ ਨਹੀਂ ਕਹਿੰਦਾ ਜੰਗ ਵਿੱਚ ਤਾਂ ਸੂਰਮਿਆਂ ਵਾਂਗ ਹੀ ਲੜਿਆ ਜਾਂਦਾ ਹੈ, ਔਰ ਉਹ ਵੀ ਲੜੇ। ਉਹਨਾਂ ਨੇ ਜਿਹੜੀ 6 ਦਿਨ ਲੜਾਈ ਦਿੱਤੀ ਔਰ ਦੁਨੀਆ ਦੀ ਜਿਹੜੀ 3rd ਲਾਰਜੈਸਟ ਵੱਡੇ ਪੱਧਰ ਦੀ ਜਿਹੜੀ ਆਰਮੀ ਸੀਗੀ ਉਹਨੂੰ ਬਹੁਤ ਵੱਡੀ ਹਾਰ ਦਿੱਤੀ। ਮੈਂ ਅੱਗੇ ਜਾ ਕੇ ਉਹਨੂੰ ਐਕਸਪਲੇਨ ਕਰਾਂਗਾ। ਪਰ ਭੈਣ ਜੀ, ਜੇ ਮੰਗਾਂ ਦੀ ਗੱਲ ਮੈਂ ਤਾਂ ਕਰਨ ਲੱਗਾ ਸੀਗਾ ਕਿ ਮੰਗਾਂ ਕੀ ਸੀਗੀਆਂ? ਮੰਗਾਂ ਨੇ ਕਿ ਪੰਜਾਬ ਨੂੰ ਚੰਡੀਗੜ੍ਹ ਮਿਲ ਜੇ। ਹੁਣ ਮੈਂ ਇੱਥੇ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਮੰਗ ਜੈਨੂਇਨ ਨਹੀਂ ਹੈ ਕਿ 80% ਕੁਰਬਾਨੀਆਂ ਦੇ ਕੇ ਸਿੱਖ ਆਜ਼ਾਦੀ ਦੇ ਵਿੱਚ ਹਿੱਸਾ ਪਾਉਂਦੇ ਨੇ, ਪੰਜਾਬ ਦੋ ਟੋਟੇ ਹੋ ਜਾਂਦਾ ਹੈ, ਸਾਡੀ ਸਿੱਖ ਲੈਗੇਸੀ ਸਾਰੀ, ਸਾਡੇ ਖਾਲਸਾ ਰਾਜ ਦੀ ਸਾਰੀ ਸਾਡੀ ਜਿਹੜੀ ਵਿਰਾਸਤ ਹੈ ਉਹ ਪਾਕਿਸਤਾਨ 'ਚ ਰਹਿ ਜਾਂਦੀ ਹੈ, ਅਸੀਂ ਜਰ ਲੈਂਦੇ ਹਾਂ, 10 ਲੱਖ ਪੰਜਾਬੀ ਮਾਰਿਆ ਜਾਂਦਾ ਹੈ, ਅਸੀਂ ਰਿਫਿਊਜੀ ਹੋ ਗਏ, ਖਾਨਾ ਬਦੋਸ਼ ਹੋ ਗਏ, ਕਿੰਨੀ ਬੁਰੀ ਤਰ੍ਹਾਂ ਅਸੀਂ ਪੰਜਾਬ 'ਚ ਸਰਵਾਈਵ ਕੀਤਾ। ਔਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਕੋਲ ਆਪਣੀ ਕੈਪੀਟਲ ਵੀ ਨਹੀਂ ਹੈਗੀ, ਸਾਨੂੰ ਆਪਣੇ ਪੰਜਾਬੀ ਬੋਲਦੇ ਇਲਾਕੇ ਲੈਣ ਵਾਸਤੇ ਪੰਜਾਬ ਦੇ ਵਿੱਚ ਹੀ ਪੰਜਾਬੀ ਦਾ, ਪੰਜਾਬ ਦੇ ਸੂਬੇ ਦਾ ਪੰਜਾਬੀ ਸੂਬਾ ਮੋਰਚਾ ਲਾਉਣਾ ਪੈਂਦਾ। ਇਹ ਕਿਸੇ ਵੀ ਸਟੇਟ ਨਾਲ ਏਦਾਂ ਹੋਇਆ? ਮਤਲਬ 20-25 ਸਟੇਟਾਂ ਨੇ, ਯੂਨੀਅਨ ਟੈਰੀਟਰੀਜ਼ ਨੇ ਇੰਡੀਆ ਦੇ ਵਿੱਚ, ਕਿਸੇ ਵੀ ਇੱਕ ਸਟੇਟ ਨੂੰ ਆਪਣੇ ਹੱਕਾਂ ਖਾਤਰ ਏਦਾਂ ਲੜਨਾ ਨਹੀਂ ਪਿਆ। ਚੰਡੀਗੜ੍ਹ ਉਹ ਮੰਗਦੇ ਸੀ ਵੀ ਚੰਡੀਗੜ੍ਹ ਪੰਜਾਬ ਨੂੰ, ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀਗਾ, ਤੇ ਚੰਡੀਗੜ੍ਹ ਦਿੱਲੀ ਨੂੰ ਕੀ ਫਰਕ ਪੈਂਦਾ?
ਇੱਕ ਅੱਜ ਦੱਸੋ ਸੈਂਟਰ ਗਵਰਨਮੈਂਟ ਨੇ ਕਿੰਨੇ ਨਵੇਂ, ਤੁਸੀਂ ਦੇਖਿਆ ਕਿ ਪੰਜਾਬ 'ਚ ਨਹੀਂ ਸਿਰਫ ਬਾਕੀ ਸੂਬਿਆਂ ਵਿੱਚ ਵੀ ਨਵੇਂ ਸਿਟੀਜ਼ ਬਣੇ ਨੇ, ਬਕਾਇਦਾ ਪ੍ਰੋਪਰ ਮਾਡਰਨ ਸਿਟੀਜ਼ ਬਣੇ, ਉਹਨਾਂ ਦੇ ਨਾਮ ਨੇ। ਸੋ ਮਸਲਾ ਇਹ ਹੈ ਜੀ ਕਿ ਕੀ ਪੰਜਾਬ ਨੂੰ ਚੰਡੀਗੜ੍ਹ ਦੇਣਾ ਇਹ ਸੈਂਟਰ ਲਈ ਕਿੱਡੀ ਔਖੀ ਗੱਲ ਹੈ। ਅਗਲੀ ਗੱਲ, ਪੰਜਾਬ ਦੇ ਪਾਣੀ, ਉਹਨਾਂ ਦੀ ਰਾਇਲਟੀ ਜਿਹੜੀ ਹੈ ਉਹ ਪੰਜਾਬ ਮੰਗ ਰਿਹਾ, ਕਿਉਂਕਿ ਦਰਿਆਵਾਂ ਦਾ ਪਾਣੀ ਕਿਸੇ ਵੀ ਸਟੇਟ ਨੂੰ ਜਾ ਰਿਹਾ। ਅਸੀਂ ਭਾਈ ਕਨਈਏ ਦੇ ਵਾਰਿਸ ਹਾਂ, ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਜਿਹੜਾ ਪਾਣੀ ਹੈ ਉਹ ਦੂਜੀਆਂ ਸਟੇਟਾਂ ਵਰਤਣ। ਪਰ ਜਦੋਂ ਅਸੀਂ ਕਿਸੇ ਦੂਜੀ ਸਟੇਟ ਤੋਂ ਕੋਈ ਚੀਜ਼ ਖਰੀਦ ਰਹੇ ਹਾਂ, ਅਸੀਂ ਕੋਲਾ ਖਰੀਦ ਰਹੇ ਹਾਂ, ਅਸੀਂ ਜਿਹੜਾ ਕੋਟਾ ਸਟੋਨ ਹੈ ਉਹ ਕੋਟਾ ਤੋਂ ਖਰੀਦ ਰਹੇ ਹਾਂ, ਤੇ ਕਿਉਂ ਨਾ ਜਿਹੜਾ ਪੰਜਾਬ ਦਾ ਪਾਣੀ ਹੈ ਉਹ, ਕੋਈ ਇਦਾਂ ਤਾਂ ਹੈ ਨਹੀਂ ਸੀ ਵੀ ਸੰਤ ਜਰਨੈਲ ਸਿੰਘ ਕਹਿੰਦੇ ਸੀ ਪੰਜਾਬ ਦੇ ਪਾਣੀ ਦੇ ਪੈਸੇ ਦਮਦਮੀ ਟਕਸਾਲ ਦੇ ਖਾਤੇ 'ਚ ਪਾ ਦਿਓ, ਉਹ ਤਾਂ ਸਟੇਟ ਨੂੰ ਹੀ ਮਿਲਣੇ ਸੀਗੇ। ਕਿ ਇੰਡੀਅਨ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੂੰ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਦੇਣੀ ਸੀ, ਮਸਲਾ ਤੇ ਇੰਨਾ ਹੀ ਸੀਗਾ। ਪਰ ਉਹਨੂੰ ਏਡਾ ਵੱਡਾ ਅੱਤਵਾਦੀ ਮੁਹਾਜ ਬਣਾ ਕੇ ਪੇਸ਼ ਕੀਤਾ ਗਿਆ। ਬਹੁਤ ਸਾਰੀਆਂ ਏਜੰਸੀਆਂ, ਭਾਈ ਸਾਹਿਬ, ਇਹਨਾਂ ਮੰਗਾਂ ਦੇ ਸੰਬੰਧ ਦੇ ਵਿੱਚ ਕੀ ਸੰਤਾਂ ਦੀ ਕਦੇ ਸਰਕਾਰ ਦੇ ਨਾਲ ਮੁਲਾਕਾਤ ਵੀ ਹੋਈ, ਕਦੇ ਮੀਟਿੰਗਸ ਵੀ ਹੋਈਆਂ ਇਹਨਾਂ ਦੀਆਂ ਕਿ ਨਹੀਂ? ਹਾਂਜੀ, ਮੀਟਿੰਗ ਤਾਂ ਨਹੀਂ ਹੋਈਆਂ, ਬਟ ਇੱਕ ਗੱਲ ਬਹੁਤ ਡੂੰਘੇ ਢੰਗ ਨਾਲ ਮਿਲਦੀ ਹੈ ਜੀ ਕਿ ਬਹੁਤ ਸਾਰਾ ਚਿੱਠੀ ਪੱਤਰ ਹੋਇਆ, ਔਰ ਇਧਰੋਂ ਕੋਈ ਏਲਚੀ ਉਹਨਾਂ ਨੂੰ ਜਾ ਕੇ ਉਹਨਾਂ ਦੀ ਚਿੱਠੀ ਦੇ ਰਿਹਾ, ਉਹਨਾਂ ਦਾ ਏਲਚੀ ਇਹਨਾਂ ਨੂੰ ਚਿੱਠੀ ਦੇ ਰਿਹਾ। ਔਰ ਬਹੁਤੀ ਵਾਰੀ ਕੀ ਹੁੰਦਾ ਸੀ ਕਿ ਸੰਤ ਜੀ ਕੋਈ ਬੜੀ ਲੰਮੀ ਚੌੜੀ ਪ੍ਰੈਸ ਕਾਨਫਰੰਸ ਨਹੀਂ ਕਰਦੇ, ਕਿਉਂਕਿ ਉਹ ਪੜ੍ਹੇ ਜ਼ਿਆਦਾ ਨਹੀਂ ਸੀਗੇ, ਪਰ ਉਹਨਾਂ ਦੀ ਜਿਹੜੀ ਗੁਰਬਾਣੀ 'ਚ ਪ੍ਰਣਾਏ ਹੋਣ ਕਰਕੇ ਸੋਝੀ ਜਿਹੜੀ ਹੈ ਉਹ ਬਹੁਤ ਸੀਗੀ। ਉਹ ਸਿਰਫ ਤੇ ਸਿਰਫ ਆਪਣੀ ਗੱਲ ਸੰਗਤ ਦੇ ਸਾਹਮਣੇ ਰੱਖਦੇ ਸੀ, ਤੇ ਸੰਗਤ ਵਿੱਚੋਂ ਹੀ ਜਿਹੜੀ ਪ੍ਰੈਸ ਹੈ ਜਾਂ ਇੰਟਰਨੈਸ਼ਨਲ ਮੀਡੀਆ, ਬਹੁਤ ਸਾਰੇ ਮੀਡੀਆਜ਼ ਨੂੰ ਉਹਨਾਂ ਨੇ ਪਰਸਨਲ ਇੰਟਰਵਿਊਜ਼ ਵੀ ਦਿੱਤੀਆਂ, ਕਈ ਅੰਗਰੇਜ਼ੀ ਦੇ ਵਿੱਚ ਵੀ ਤੁਹਾਨੂੰ ਉਹ ਇੰਟਰਵਿਊਜ਼ ਜਿਹੜੀਆਂ ਉਹ BBC ਲੈਵਲ ਦੇ ਚੈਨਲਾਂ ਤੱਕ ਵੀ ਤੁਹਾਨੂੰ YouTube ਤੇ ਅੱਜ ਵੀ ਮਿਲ ਜਾਣਗੀਆਂ। ਔਰ ਅੱਜ ਵੀ ਮੈਂ ਨੌਜਵਾਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਤੁਸੀਂ 1984 ਨੂੰ ਸਮਝਣਾ ਹੈ ਤੇ ਤੁਹਾਨੂੰ ਸੰਤ ਜਰਨੈਲ ਸਿੰਘ ਵੱਲੋਂ ਜੋ ਮੀਡੀਆ ਦੇ ਵਿੱਚ ਤਰਕ ਪੇਸ਼ ਕੀਤੇ ਜਾ ਰਿਹਾ, ਜੋ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਪੰਜਾਬ ਨੂੰ ਪੰਜਾਬ ਦੇ ਬਣਦੇ ਹੱਕ ਦਿਓ, ਸਾਡੀਆਂ ਕੁਝ ਮੰਗਾਂ ਨੇ, ਤੇ ਉਹ ਮੰਗਾਂ ਇੰਨੀਆਂ ਕੁ ਜੈਨੂਅਨ। ਤੁਸੀਂ ਦੇਖੋ ਅੱਜ ਵੀ ਤਾਂ ਇੱਕ ਟ੍ਰੇਨ ਦਾ ਨਾਂ ਸ਼੍ਰੀ ਅਕਾਲ ਤਖਤ ਐਕਸਪ੍ਰੈਸ ਹੈਗਾ ਹੀ ਆ, ਅੱਜ ਵੀ ਗੋਲਡਨ ਟੈਂਪਲ ਐਕਸਪ੍ਰੈਸ ਹੈਗੀ ਆ। ਇਹ ਕਿੱਡਾ ਕੁ ਮਸਲਾ ਸੀਗਾ ਕਿ ਇੱਕ ਟ੍ਰੇਨ ਦਾ ਨਾਂ ਜਿਹੜਾ ਉਹ ਰਖਾਉਣ ਬਦਲੇ ਸਾਨੂੰ ਮੋਰਚਾ ਲਾਉਣਾ ਪਿਆ। ਦੂਜੀ ਗੱਲ, ਰੇਡੀਓ ਦੇ ਉੱਤੇ ਦਰਬਾਰ ਸਾਹਿਬ ਦਾ ਲਾਈਵ ਕੀਰਤਨ, ਇਹ ਕਿੱਡੀ ਕੁ ਮੰਗ ਸੀਗੀ। ਅੱਜ 24/7 ਉੱਥੇ ਜਿਹੜਾ ਉਹ ਕੀਰਤਨ ਚੱਲ ਰਿਹਾ ਵੈਬਸਾਈਟਾਂ ਦੇ ਉੱਤੇ, ਜਾਂ ਸਵੇਰੇ ਸ਼ਾਮ ਤੁਸੀਂ ਇੱਕ ਲੋਕਲ ਚੈਨਲ ਦੇ ਉੱਤੇ ਤੁਸੀਂ ਜਿਹੜਾ ਉਹ ਕੀਰਤਨ ਸਰਵਣ ਕਰ ਰਹੇ ਹੋ। ਇਹ ਬੜੀਆਂ ਛੋਟੀਆਂ ਛੋਟੀਆਂ ਜੈਨੂਅਨ ਦੀਆਂ ਮੰਗਾਂ ਸੀ, ਪਰ ਸੈਂਟਰ ਦੀ ਨੀਤ ਮਾੜੀ ਹੋਣ ਕਰਕੇ ਇਹ ਮੰਗਾਂ ਜਾਂ ਇਹ ਸ਼ਾਂਤਮਈ ਜਿਹੜੀਆਂ ਕੋਸ਼ਿਸ਼ਾਂ ਸੀ, ਜਾਂ ਜਿਹੜਾ ਧਰਮ ਯੁੱਧ ਮੋਰਚਾ, ਜਿਹਦੇ ਵਿੱਚ ਕੇਵਲ ਤੇ ਕੇਵਲ ਤੁਸੀਂ ਜੇ ਫੋਟੋਆਂ ਦੇ ਵਿੱਚ ਇਤਿਹਾਸ ਪੜ੍ਹਿਆ ਹੋਏਗਾ ਨੌਜਵਾਨਾਂ ਨੇ, ਤਾਂ ਉਹਦੇ ਵਿੱਚ ਇੱਕ ਗੱਲ ਸੀਗੀ ਕਿ ਪ੍ਰੋਟੈਸਟ ਹੋ ਰਿਹਾ ਸ਼ਾਂਤਮਈ, ਜੇਲ੍ਹ ਭਰੋ ਅੰਦੋਲਨ। ਉਹ ਪਹਿਲੀ ਵਾਰੀ ਤਾਂ ਸਿੱਖਾਂ ਨੇ ਨਹੀਂ ਕੀਤਾ, ਮੋਰਚਾ ਪਹਿਲੀ ਵਾਰੀ ਨਹੀਂ ਲਾਇਆ, ਬਿਲਕੁਲ 100% ਸ਼ਾਂਤਮਈ ਢੰਗ ਨਾਲ ਔਰ ਲਿਖਤੀ ਕਾਗਜ਼ੀ ਪੱਤਰੀ ਬਿਆਨਾਂ ਦੇ ਰਾਹੀਂ ਆਪਣੀਆਂ ਮੰਗਾਂ, ਆਨੰਦਪੁਰ ਦਾ ਮਤਾ ਸਦਾ ਕਪੂਰ ਸਿੰਘ ਹੋਰਾਂ ਦੀ ਅਗਵਾਈ 'ਚ ਬਣਿਆ, ਜਿਹੜੀਆਂ ਕਿ ਠੀਕ ਹੈ ਉਹਨਾਂ ਨੂੰ ਸਿੱਖ ਮੰਗਾਂ ਕਰਕੇ ਪੇਸ਼ ਕੀਤਾ ਗਿਆ, ਪਰ ਜਦੋਂ ਅੱਜ ਤੁਸੀਂ ਆਨੰਦਪੁਰ ਦਾ ਮਤਾ ਪੜ੍ਹੋਗੇ ਤਾਂ ਤੁਹਾਨੂੰ ਲੱਗੂਗਾ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ, ਪੰਜਾਬ ਨੂੰ ਵਧੇਰੇ ਹੱਕ ਲੈਣ ਵਾਸਤੇ ਜਿਹੜੀ ਗੱਲ 1947 ਵਿੱਚ ਇੱਕ ਛੋਟੀ ਜਿਹੀ ਚੀਜ਼ ਜੁੜਦੀ ਹੈ, ਜੇ ਅਸੀਂ 1984 ਨੂੰ ਸਮਝਣਾ ਹੈ, ਕਿ ਜਦੋਂ ਨਹਿਰੂ ਹੋਰਾਂ ਨੇ ਮਾਸਟਰ ਤਾਰਾ ਸਿੰਘ ਜਿਹੜੇ ਸਾਡੇ ਉਸ ਵੇਲੇ ਦੇ ਸਿੱਖ ਲੀਡਰ ਸੀਗੇ, ਤੇ ਇਹ ਡਿਸਾਈਡ ਕਰਨਾ ਸੀਗਾ ਕਿ ਮੁਸਲਮਾਨ ਕਮਿਊਨਿਟੀ ਨੂੰ, ਇਸਲਾਮ ਨੂੰ ਪਾਕਿਸਤਾਨ ਮਿਲ ਗਿਆ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਹਿੰਦੁਸਤਾਨ ਹਿੰਦੂਆਂ ਨੂੰ ਮਿਲ ਗਿਆ, ਇੱਥੇ ਬਹੁਤ ਸਾਰੇ ਮੁਸਲਮਾਨ ਵੀ ਰਹਿ ਗਏ। ਉਸ ਵੇਲੇ ਬ੍ਰਿਟਿਸ਼ ਨੇ ਸਾਨੂੰ ਵੀ ਇਹ ਆਫਰ ਕੀਤੀ ਸੀ ਕਿ ਕੀ ਤੁਸੀਂ ਵੱਖਰੇ ਰਹਿਣਾ ਚਾਹੁੰਦੇ ਹੋ, ਤੁਹਾਨੂੰ ਵੱਖਰੀ ਸਟੇਟ ਚਾਹੀਦੀ ਹੈ। ਉਸ ਵੇਲੇ ਜਿੱਦਾਂ ਵੀ ਕਰਕੇ ਹੋਇਆ, ਚੰਗਾ ਸੀ ਮਾੜਾ ਸੀ, ਦੈਟਸ ਅ ਸੈਪਰੇਟ ਸਟੋਰੀ। ਉਸ ਵੇਲੇ ਸਾਡੇ ਸਿੱਖ ਆਗੂਆਂ ਨੇ ਗਾਂਧੀ ਤੇ ਨਹਿਰੂ ਦੇ ਨਾਲ ਜਾਣਾ ਪਸੰਦ ਕੀਤਾ, ਤੇ ਨਹਿਰੂ ਤੇ ਗਾਂਧੀ ਨੇ ਉਸ ਵੇਲੇ ਬਹੁਤ ਸਾਰੇ ਪ੍ਰੋਮਿਸਿਸ ਕੀਤੇ ਕਿ ਤੁਹਾਨੂੰ ਇੱਕ ਬਹੁਤ ਵਧੀਆ ਬਫਰ ਸਟੇਟ ਮਿਲੇਗੀ, ਤੁਸੀਂ ਵਧੀਆ ਰਹਿ ਸਕੋਗੇ, ਉਹਦੇ 'ਚ ਕੋਈ ਜ਼ਿਆਦਾ ਪ੍ਰੋਬਲਮ ਜਿਹੜੀਆਂ ਉਹ ਨਹੀਂ ਹੋਣਗੀਆਂ, ਜਾਂ ਤੁਸੀਂ ਬੜਾ ਇੰਡੀਪੈਂਡੈਂਟ ਹੋਵੋਗੇ, ਤੁਹਾਨੂੰ ਸਾਰੇ ਹੱਕ ਤੁਹਾਨੂੰ ਮਿਲਣਗੇ। ਤੇ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਜੇ ਤੁਸੀਂ ਮੁੱਕਰ ਗਏ ਤੇ ਫਿਰ ਕੀ ਕਰਾਂਗੇ। ਤੇ ਮੈਂ ਨੌਜਵਾਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਹਿਸਟਰੀ ਦਾ ਬਹੁਤ ਵੱਡਾ ਫੈਕਟ ਹੈ ਕਿ ਮਹਾਤਮਾ ਗਾਂਧੀ ਨੇ ਉਸ ਵੇਲੇ ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਜੇ ਅਸੀਂ ਮੁੱਕਰਾਂਗੇ, ਤੁਹਾਨੂੰ ਤੁਹਾਡੇ ਹੱਕ ਨਹੀਂ ਦੇਵਾਂਗੇ, ਫਿਰ ਤੁਹਾਡੇ ਗਾਤਰੇ ਕਿਰਪਾਨ ਤਾਂ ਹੈਗੀ ਹੋਈ ਹੈ, ਤੇ
ਤੁਸੀਂ ਜੇ ਅੰਗਰੇਜ਼ਾਂ ਤੋਂ ਆਪਣੇ ਹੱਕ ਲੈ ਲਏ ਜਾਂ ਅਬਦਾਲੀ ਨੂੰ ਲੋਹੇ ਦੇ ਚਣੇ ਚਬਾਏ ਜਾਂ ਮੁਗਲਾਂ ਨੂੰ ਲੋਹੇ ਦੇ ਚਣੇ ਚਬਾਏ ਤੇ ਅਸੀਂ ਤੁਹਾਡੇ ਗਾੜੀ ਕੀ ਆ, ਫਿਰ ਤੁਸੀਂ ਕਿਰਪਾਨ ਨਾਲ ਲੈ ਲਿਓ। ਸੋ ਮੈਨੂੰ ਇੰਝ ਲੱਗਦਾ ਕਿ ਜੇ ਸੰਤ ਜਰਨੈਲ ਸਿੰਘ ਨੇ ਆਪਣੇ ਹੱਕਾਂ ਦੀ ਲੜਾਈ ਲੜੀ ਹੈ ਤੇ ਗਾਂਧੀ ਦੇ ਕਹਿਣੇ ਹੋਏ ਕਥਨ ਦੇ ਉੱਤੇ ਬੇਸ ਕਰਕੇ ਲੜੀ ਹੈ ਕਿ ਜੇ ਤੁਸੀਂ ਸਾਡੇ ਜੈਨੂਅਨ ਬਣਦੇ ਹੱਕ ਜਿਹੜੇ ਸਾਡੇ ਕੁਐਸਚਨਸ ਹੈ, ਔਰ ਦੁੱਖ ਦੀ ਗੱਲ ਇਹ ਹੈ ਵੀ ਕਦੇ ਵੀ ਇਤਿਹਾਸ ਏਦਾਂ ਨਹੀਂ ਹੋਇਆ ਕਿ ਸਰਕਾਰ ਨੇ ਸੰਤ ਜਰਨੈਲ ਸਿੰਘ ਹੋਰਾਂ ਦੀਆਂ ਮੰਗਾਂ ਨੂੰ ਜਾਂ ਜਿਹੜੀਆਂ ਉਸ ਵੇਲੇ ਸਾਡੀਆਂ ਸਿੱਖ ਮੰਗਾਂ ਸੀਗੀਆਂ ਉਹਨਾਂ ਨੂੰ ਸੀਰੀਅਸਲੀ ਲੈਂਦਿਆਂ ਹੋਇਆਂ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਵਫਦ ਬਿਠਾ ਕੇ ਪੰਜਾਬ ਨੂੰ ਸੀਰੀਅਸਲੀ, ਪੰਜਾਬ ਦੇ ਇਸ ਇਸ਼ੂ ਨੂੰ ਸੀਰੀਅਸਲੀ ਲੈਂਦਿਆਂ ਹੋਇਆਂ, ਜਦ ਕਿ ਬਲਦੀ ਦੇ ਉੱਤੇ ਬਾਰ-ਬਾਰ ਤੇਲ ਪਾਇਆ ਗਿਆ। ਹੁਣ ਅਸੀਂ ਇੱਕ ਕਥਨ ਸੰਤ ਜਰਨੈਲ ਸਿੰਘ ਜੀ ਦਾ ਬਾਰ-ਬਾਰ ਪੜ੍ਹਦੇ ਹਾਂ ਕਿ ਬਹੁਤ ਸਾਰੇ ਉਹਦੇ 'ਤੇ ਕ੍ਰਿਟਿਕਸ ਨੇ ਕਿ ਉਹਨਾਂ ਨੇ ਸਟੇਜ ਤੋਂ ਕਿਹਾ ਸੀਗਾ ਕਿ ਮੇਰੇ ਉਹ ਸੰਤਾਂ ਦੀ ਮਾਤਾ ਜੀ ਤੇ ਉਹਨਾਂ ਦੀ ਜੀਪ ਨੂੰ ਛੱਡ ਦਿਓ, ਅਦਰਵਾਈਜ਼ ਮੈਂ ਸ਼ਾਮ ਤੱਕ 5000 ਹਿੰਦੂ ਵੱਢਾਂਗਾ। ਹੁਣ ਇਸ ਕਥਨ ਤੋਂ ਉਹਨਾਂ ਦੇ ਅੰਦਰ ਦੀ ਵੇਦਨਾ ਕਿ ਕੀ ਇਹ ਐਕਸ਼ਨ ਹੈ ਕਿ ਰਿਐਕਸ਼ਨ ਹੈ, ਇਹ ਗੱਲ ਸਮਝਣੀ ਪੈਣੀ ਹੈ ਕਿ ਇਹ ਐਕਸ਼ਨ ਹੈ ਕਿ ਐਕਸ਼ਨ ਇਹ ਹੋਇਆ ਕਿ ਇੱਕ ਇਨੋਸੈਂਟ ਮਾਤਾ ਜੀ ਨੇ ਜਿਹੜੀ ਸੰਤਾਂ ਦੇ ਪਰਿਵਾਰ ਵਿੱਚੋਂ ਨੇ, ਇੱਕ ਪੁਲਿਸ ਆਫਿਸਰ ਉਹਨਾਂ ਦੀ ਮਾਤਾ ਜੀ ਤੇ ਜੀਪ ਨੂੰ ਜਿਹੜਾ ਉਹ ਚੱਕ ਥਾਣੇ ਲੈ ਜਾਂਦਾ ਵਿਦਆਊਟ ਐਨੀ ਰੀਜ਼ਨ, ਕੋਈ ਰੀਜ਼ਨ ਨਹੀਂ ਦੱਸਿਆ ਜਾਂਦਾ ਜਿੱਦਾਂ ਪੁਲਿਸ ਕਰਦੀ ਹੁੰਦੀ ਹੈ। ਤੇ ਉਹਨਾਂ ਨੇ ਇਸ ਘਟੀਆ ਐਕਸ਼ਨ ਦਾ ਰਿਐਕਸ਼ਨ ਜ਼ਰੂਰ ਦਿੱਤਾ ਕਿ ਜੇ ਤੁਸੀਂ ਸਾਡੇ ਇਨੋਸੈਂਟ ਪੀਪਲਸ ਨੂੰ ਜਿਹੜਾ ਉਹ ਟਾਰਗੇਟ ਕਰੋਗੇ ਤੇ ਫਿਰ ਮੈਨੂੰ ਵੀ ਤੁਹਾਡੇ ਇਨੋਸੈਂਟ ਪੀਪਲਸ ਨੂੰ ਟਾਰਗੇਟ ਕਰਨਾ ਪੈਣਾ, ਭਾਵੇਂ ਕਿ ਉਹ ਬਾਰ-ਬਾਰ ਕਹਿੰਦੇ ਸੀ ਕਿ ਮੇਰਾ ਹਿੰਦੂ ਧਰਮ ਨਾਲ ਕੋਈ ਵਿਰੋਧ ਨਹੀਂ ਹੈ। ਔਰ ਮੈਂ ਤੁਹਾਨੂੰ ਵੀ ਕਹਾਂ ਕਿ ਆਈਡੀਓਲੋਜੀਕਲ ਵੀ ਧੰਨ ਗੁਰੂ ਨਾਨਕ ਸਾਹਿਬ ਦੇ ਜੇ ਆਈਡੀਓਲੋਜੀ ਦੀ ਗੱਲ ਕਰੀਏ ਤੇ ਬਹੁਤ ਸਾਰੇ ਹਿੰਦੂ ਸ਼ਰਧਾਲੂ ਵੀ ਸੀਗੇ ਇਤਿਹਾਸ ਵਿੱਚ, ਹਿੰਦੂਆਂ ਨੇ ਵੀ ਬੜੀਆਂ ਕੁਰਬਾਨੀਆਂ ਕੀਤੀਆਂ ਸਿੱਖਾਂ ਦੇ ਲਈ। ਮੋਤੀ ਮਹਿਰਾ ਕੋਈ ਸਿੱਖ ਨਹੀਂ ਸੀ ਹੈਗੇ, ਦੀਵਾਨ ਟੋਡਰਮਲ ਕੋਈ ਅੰਮ੍ਰਿਤਧਾਰੀ ਸਿੱਖ ਨਹੀਂ ਸੀ ਜੀ। ਆਪਾਂ ਚੱਲੀਏ ਜੀ ਅਕਾਲ ਤਖਤ ਸਾਹਿਬ ਵੱਲ ਤੇ ਦਰਬਾਰ ਸਾਹਿਬ ਵੱਲ। ਪਹਿਲਾਂ ਸੰਤਾਂ ਦਾ ਜਿਹੜਾ ਟਿਕਾਣਾ ਸੀ ਜਿੱਥੇ ਉਹ ਠਹਿਰੇ ਹੋਏ ਸੀ ਨਾਨਕ ਨਿਵਾਸ ਸੀ, ਪਰ ਉਹ ਅਟੈਕ ਹੋਣ ਤੋਂ ਥੋੜਾ ਦਿਨ ਪਹਿਲਾਂ ਉੱਥੇ ਚਲੇ ਜਾਂਦੇ ਨੇ ਅਕਾਲ ਤਖਤ ਸਾਹਿਬ। ਤੇ ਇਹਦੇ ਪਿੱਛੇ ਕੀ ਮਕਸਦ ਸੀ, ਕਿਉਂ ਉਹਨਾਂ ਨੇ ਇਸ ਤਰ੍ਹਾਂ ਸੋਚਿਆ? ਗੁਰਚਰਨ ਸਿੰਘ ਟੌੜਾ ਹੋਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੂੰ ਕਿਹਾ ਵੀ ਸਾਨੂੰ ਉੱਥੇ ਆਗਿਆ ਦਿੱਤੀ ਜਾਵੇ ਰਹਿਣ ਦੀ। ਤੇ ਉਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਨੌਜਵਾਨ ਸੀਗੇ, ਯੂਥ, ਉਹਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਜੁੜੇ ਹੋਏ ਸੀ, ਆਪਾਂ ਨੂੰ ਪਤਾ ਸਾਰਿਆਂ ਨੂੰ। ਪਰ ਕੀ ਇਹ ਵੀ ਸੱਚ ਹੈ ਕਿ ਪਰਿਕਰਮਾ ਦੇ ਵਿੱਚ, ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਨੌਜਵਾਨ ਸੀ ਜਿਹੜੇ ਉਹ ਹਥਿਆਰਾਂ ਦੇ ਨਾਲ ਪੂਰੀ ਤਰ੍ਹਾਂ ਮਤਲਬ ਤਿਆਰ ਹੋ ਕੇ ਪਰਿਕਰਮਾ ਦੇ ਵਿੱਚ ਅਕਸਰ ਉਹ ਤੁਰੇ ਫਿਰਦੇ ਦਿਖਾਈ ਦਿੰਦੇ ਸਨ? ਇਹ ਕੀ ਵਜ੍ਹਾ ਸੀ? ਇਹ ਕਿਉਂ ਇਸ ਤਰ੍ਹਾਂ ਮਤਲਬ ਅਟੈਕ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਕਿਸ ਤਰ੍ਹਾਂ ਦੇ ਅਸਾਰ ਦਿਸਦੇ ਸੀ? ਕਿਉਂ ਸੀ ਇਹ ਸਭ ਕੁਝ ਹੋ ਰਿਹਾ? ਜੀ, ਮੈਂ ਪਹਿਲੀ ਗੱਲ ਤੇ ਆਵਾਂ ਕਿ ਜਿਹੜਾ ਗੁਰੂ ਨਾਨਕ ਨਿਵਾਸ ਤੇ ਲੰਗਰ ਵਾਲਾ ਮਸਲਾ ਹੈ, ਦੇਖੋ ਮੈਨੂੰ ਨਾ ਅਕਸਰ ਅੱਜ, ਕਿਉਂਕਿ ਜਦੋਂ ਤੁਸੀਂ ਕਿਸੇ ਲੀਡਰ ਨੂੰ ਪੜ੍ਹਦੇ ਹੋ ਜਾਂ ਤੁਸੀਂ ਅੱਜ ਲੋਕੀ ਮਾਰਕਸ ਨੂੰ ਪੜ੍ਹਦੇ ਆ, ਲੈਨਨ ਨੂੰ ਪੜ੍ਹਦੇ ਆ, ਮਾਓ ਨੂੰ ਪੜ੍ਹਦੇ ਆ, ਜਾਂ ਕਿਸੇ ਵੀ ਵਰਲਡ ਲੀਡਰ ਨੂੰ, ਯਾਸਰ ਅਰਾਫਾਤ ਨੂੰ ਪੜ੍ਹਿਆ ਜਾਂਦਾ ਹੈ, ਜਾਂ ਉਸਾਮਾ ਬਿਨ ਲਾਦਨ ਭਾਵੇਂ ਉਹ ਇੱਕ ਅੱਤਵਾਦੀ ਕਿਹਾ ਗਿਆ, ਉਹਨਾਂ ਨੂੰ ਪੜ੍ਹਿਆ ਜਾਂਦਾ, ਸਦਾਮ ਹੁਸੈਨ ਨੂੰ ਪੜ੍ਹਿਆ ਜਾਂਦਾ, ਤੇ ਉਹਦੇ 'ਚੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਵੀ ਕਈ ਚੀਜ਼ਾਂ ਮਿਲਦੀਆਂ। ਸੋ ਮੈਨੂੰ ਸੰਤ ਜਰਨੈਲ ਸਿੰਘ ਹੋਣਾ ਦੀ ਸ਼ਖਸੀਅਤ ਤੋਂ ਜਦੋਂ ਵੀ ਕੁਝ ਸਿੱਖਣ ਨੂੰ ਮਿਲਿਆ ਤੇ ਇੱਕ ਇਹ ਗੱਲ ਬੜੀ ਪਿਆਰੀ ਸੀ, ਕਿਉਂਕਿ ਇਹਦੇ 'ਚ ਕੋਈ ਦੋ ਰਾਏ ਨਹੀਂ, ਔਰ ਮੈਂ ਐਡਮਿਟ ਕਰਦਾ ਇਸ ਗੱਲ ਨੂੰ ਕਿ ਜਦੋਂ ਧਰਮ ਯੁੱਧ ਮੋਰਚਾ ਲੱਗਾ ਸੀ, ਅਕਾਲੀ ਦਲ ਜਿਹੜਾ ਹੈ ਉਹਦੀ ਭੂਮਿਕਾ ਸੰਤਾਂ ਦੇ ਬੜੀ ਨੈਗੇਟਿਵ ਸੀਗੀ। ਉਹ ਮਤਲਬ ਇੱਕ ਵੱਖਰੀ ਸੋਚ ਸੀਗੇ ਤੇ ਸੰਤ ਜੀ ਦਾ ਜਿਹੜਾ ਇੱਕ ਕਹਿ ਲਓ ਕਿ ਜਿਹੜਾ ਧੜਾ ਹੈ ਉਹ ਪੰਥਕ ਤੌਰ ਦੇ ਉੱਤੇ ਵੱਖਰਾ ਸੋਚਦਾ ਸੀ। ਇੱਕ ਤੀਜੀ ਵੀ ਇਹਦੇ ਵਿੱਚ ਇੱਕ ਚੀਜ਼ ਐਂਟਰ ਹੁੰਦੀ ਹੈ, ਉਹ ਹੈ ਬੱਬਰ ਖਾਲਸਾ। ਉਸ ਵੇਲੇ ਕਿਉਂਕਿ ਅਖੰਡ ਕੀਰਤਨੀ ਜੱਥਾ ਦੇ ਵਿੱਚੋਂ ਬਾਬਾ ਫੌਜਾ ਸਿੰਘ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਬਹੁਤ ਸਾਰੇ ਬੱਬਰ ਖਾਲਸਾ ਦੇ ਨੌਜਵਾਨ ਵੀਰ ਆ ਜਿਹੜੇ ਅਖੰਡ ਕੀਰਤਨੀ ਜੱਥੇ ਨਾਲ ਸੰਬੰਧਿਤ ਸੀਗੇ, ਉਹ ਵੀ ਇੱਕ ਵੱਡਾ ਜਿਹੜਾ ਗਰੁੱਪ ਹੈ, ਉਹ ਉਸ ਵੇਲੇ ਸੰਤ ਜੀ ਹੋਰਾਂ ਦੇ ਨਾਲ ਧਰਮ ਯੁੱਧ ਮੋਰਚੇ ਵਿੱਚ ਜਿਹੜਾ ਉਹ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਲੜਾਈ ਲੜ ਰਹੇ ਸੀ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਵੈਪਨਸ ਦੀ ਗੱਲ ਆਉਂਦੀ ਹੈ ਜਾਂ ਸਿੱਖਾਂ ਦੇ ਹਥਿਆਰਬੰਦ ਹੋਣ ਦੀ ਗੱਲ ਆਉਂਦੀ ਹੈ, ਇਹ ਉਹ ਟਾਈਮ ਹੈ ਜਦੋਂ, ਕਿਉਂਕਿ ਆਪਾਂ 78 ਤੋਂ ਗੱਲ ਸ਼ੁਰੂ ਹੋਈ, ਇਹ ਚੱਲਦਾ ਚੱਲਦਾ ਇਹਦਾ ਪੀਕ ਜਿਹੜਾ ਹੈ ਉਹ 82-83 ਦੇ ਵਿੱਚ ਜਾ ਕੇ ਬਣਦਾ, ਜਿਹਦੀ ਤੁਸੀਂ ਜਿਸ ਟਾਈਮ ਦਾ ਜ਼ਿਕਰ ਕਰ ਰਹੇ ਹੋ। ਉਸ ਵੇਲੇ ਤੱਕ ਕਿਉਂਕਿ ਜਿਹੜੀਆਂ ਏਜੰਸੀਜ਼ ਜਾਂ ਸਰਕਾਰੀ ਅਦਾਰੇ ਜਾਂ ਸਰਕਾਰੀ ਇੰਸਟੀਟਿਊਸ਼ਨਸ, ਇਹ ਸਾਰੇ ਦੇ ਉੱਤੇ ਇਹਨੂੰ ਸ਼ਾਂਤ ਕਰਨ ਦੀ ਬਜਾਏ ਤੇਲ ਪਾ ਰਹੇ ਸੀਗੇ। ਤੇ ਕਿਉਂ ਨਹੀਂ ਐਸੀ ਪੈਨੀਟ੍ਰੇਸ਼ਨ ਹੋਏਗੀ ਕਿ ਜਿਹੜੇ ਉਸ ਵੇਲੇ ਸਾਡੇ ਸਿੱਖ ਭਰਾ ਸਾਡੇ ਜਿਹੜੇ ਇਹ ਲੜ ਰਹੇ ਸੀ, ਇਹਨਾਂ ਵਿੱਚ ਧੜੇਬੰਦੀ ਕ੍ਰੀਏਟ ਕਰਨ ਵਿੱਚ ਵੀ ਬਹੁਤ ਵੱਡੀ ਅੱਗ ਪਾਈ ਗਈ। ਕਿਉਂਕਿ ਅਕਾਲੀ ਦਲ
ਐਂਡ ਤੇ ਆ ਕੇ ਬਿਲਕੁਲ ਹੀ ਸੰਤਾਂ, ਉਹਨਾਂ ਨੇ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਲੈਟਰ ਹੈਡ ਦੇ ਉੱਤੇ ਦਿੱਲੀ ਨੂੰ ਇੱਥੋਂ ਤੱਕ ਚਿੱਠੀਆਂ ਲਿਖੀਆਂ ਕਿ ਤੁਸੀਂ ਸਾਧ ਨੂੰ ਇੱਥੋਂ ਕੱਢੋ ਕਿਸੇ ਵੀ ਹਿਸਾਬ ਦੇ ਨਾਲ, ਬਾਈ ਹੁੱਕ ਬਾਈ ਕਰੁੱਕ। ਹੁਣ ਤੁਸੀਂ ਇਹ ਚੀਜ਼ ਦੇਖੋ ਕਿ ਇੱਕ ਗੱਲ ਕਲੀਅਰ ਹੋ ਗਈ ਕਿ ਉੱਥੇ ਜਿਹੜੀ ਲੌਂਗੋਵਾਲ ਹੋਰਾਂ ਦੀ ਜਾਂ ਅਕਾਲੀ ਦਲ ਦੀ ਜਿਹੜਾ ਇੱਕ ਪਾਰਟ ਹੈ ਉਹ ਸੰਤਾਂ ਨਾਲੋਂ ਵੱਖਰਾ ਹੁੰਦਾ। ਦੁੱਖ ਦੀ ਗੱਲ ਹੈ, ਮੈਂ ਬਿਲਕੁਲ ਇਸ ਗੱਲ ਨੂੰ ਦੁੱਖ ਨਾਲ ਮਹਿਸੂਸ ਕਰਦਾ ਕਿ ਅਕਾਲੀ ਦਲ ਕਿਉਂਕਿ ਪੋਲੀਟੀਕਲ ਪਾਰਟੀ ਸੀ, ਉਹਦਾ ਸੰਤਾਂ ਤੋਂ ਵੱਖ ਹੋਣਾ ਮੈਨੂੰ ਸਮਝ ਲੱਗਦਾ। ਬਟ ਬੱਬਰ ਖਾਲਸਾ ਟੋਟਲੀ 100% ਰਿਲੀਜੀਅਸ ਸੀਗਾ, ਬਟ ਬਹੁਤ ਸਾਰੀਆਂ ਐਸੇ ਸਰਕਮਸਟੈਂਸਿਸ ਬਣੇ ਜਿਹਦੇ ਵਿੱਚ ਉਹਨਾਂ ਦਾ ਬੱਬਰ ਖਾਲਸਾ ਦੇ ਕੁਝ ਵੀਰਾਂ ਦੇ ਨਾਲ, ਜਿਹੜੇ ਮੋਢੀ ਵੀਰ ਆ ਉਸ ਵੇਲੇ, ਉਹਨਾਂ ਦੇ ਨਾਲ ਮਤਭੇਦ ਹੁੰਦਾ। ਪਰ ਸੰਤ ਜੀ ਦੀ ਸ਼ਖਸੀਅਤ ਤੋਂ ਜਿਸ ਗੱਲ ਲਈ ਮੈਂ ਪ੍ਰਭਾਵਿਤ ਹੁੰਦਾ ਨੇ ਕਿ ਉਹਨਾਂ ਨੇ ਕਿਤੇ ਵੀ ਇਸ ਗੱਲ ਲਈ ਭਰਾ ਮਾਰੂ ਜੰਗ ਵਿੱਚ ਆਪਣੇ ਆਪ ਨੂੰ ਨਹੀਂ ਮਤਲਬ ਪੈਣ ਦਿੱਤਾ। ਉਹਨਾਂ ਨੂੰ ਜਦੋਂ ਲੱਗਾ ਕਿ ਜੇ ਗੁਰੂ ਨਾਨਕ ਨਿਵਾਸ ਵਿੱਚ ਕਿਸੇ ਕਿਸਮ ਦੀ ਥੋੜੀ ਬਹੁਤੀ ਫ੍ਰਿਕਸ਼ਨ ਆ ਰਹੀ ਹੈ ਤੇ ਮੈਂ ਉਸ ਫ੍ਰਿਕਸ਼ਨ 'ਚ ਨਹੀਂ ਪੈਣਾ, ਮੈਂ ਆਪਣਾ ਟਿਕਾਣਾ ਜਿਹੜਾ ਉਹ ਬਦਲ ਲਵਾਂਗਾ। ਉਹਨਾਂ ਨੇ ਬਿਨਾਂ ਕਿਸੇ ਹੀਲ ਹੁਜਤ ਤੋਂ ਜਿਹੜਾ ਆਪਣਾ ਟਿਕਾਣਾ ਹੈ ਕਿ ਸਿੱਖਾਂ ਦੇ ਵਿੱਚ ਆਪਸੀ ਫ੍ਰਿਕਸ਼ਨ ਨਹੀਂ ਹੋਣੀ ਚਾਹੀਦੀ। ਇੱਥੇ ਮੈਂ ਦੋ ਚੀਜ਼ਾਂ ਹੋਰ ਵੀ ਕੋਟ ਕਰਨੀਆਂ ਚਾਹੁੰਦਾ। ਮੈਂ ਕੱਲ ਪਰਸੋਂ ਇੱਕ ਤਸਵੀਰ ਦੇਖੀ ਕਿ ਜਿਹਦੇ ਵਿੱਚ ਜਨਰਲ ਸ਼ੁਭੇਗ ਸਿੰਘ ਜੀ ਉਹਨਾਂ ਦੇ ਨਾਲ ਖੜੇ ਨੇ, ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਨੇ, ਸੰਗਤ ਬੈਠੀ ਆ, ਸੰਤ ਜੀ ਵੀ ਖੜੇ ਨੇ, ਪਰ ਜਨਰਲ ਸ਼ੁਭੇਗ ਸਿੰਘ ਜੀ ਹੋਰਾਂ ਨੇ ਜਰਾਬਾਂ ਪਾਈਆਂ ਹੋਈਆਂ। ਤੇ ਨਾਰਮਲੀ ਕੀ ਹੈ ਕਿ ਸਾਡੇ ਜਿਹੜੇ ਸਿੱਖ ਸਿਸਟਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਰਾਬਾਂ ਪਾ ਕੇ ਜਾਣਾ ਨੂੰ ਬੁਰਾ ਮੰਨਿਆ ਜਾਂਦਾ, ਵਿਸ਼ੇਸ਼ ਤੌਰ ਤੇ ਦਮਦਮੇ ਟਕਸਾਲ ਦੇ ਰੂਲਸ ਦੇ ਅਕੋਰਡਿੰਗਲੀ। ਪਰ ਮੈਨੂੰ ਲੱਗਾ ਕਿ ਸੰਤ ਜੀ ਨੇ ਵੱਡੇ ਨਿਸ਼ਾਨੇ ਲਈ ਇਹ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਦਰਕਨਾਰ ਕੀਤਾ ਕਿ ਮੈਂ ਇਹਨਾਂ ਵਿੱਚ ਉਲਝਣਾ ਨਹੀਂ ਹੈ, ਇਹ ਛੋਟੇ ਮਸਲੇ ਨੇ। ਇਸੇ ਤਰ੍ਹਾਂ ਜਦੋਂ ਗਿਆਨੀ ਕਿਰਪਾਲ ਸਿੰਘ ਜਿਹੜੇ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹਨਾਂ ਨੇ ਸੰਤ ਜੀ ਨੂੰ ਪੁੱਛਿਆ ਕਿ ਮੈਂ ਦਮਦਮੀ ਟਕਸਾਲ 'ਚੋਂ ਪੜ੍ਹ ਕੇ ਆਇਆ ਤੇ ਉੱਥੋਂ ਦੀ ਮਰਜ਼ਾਦਾ ਥੋੜੀ ਜਿਹੀ ਵੱਖਰੀ ਹੈ, ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਵੱਖਰੀ ਹੈ, ਤੇ ਸੰਤ ਜੀ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਇਸ ਕਿਸਮ ਦੀ ਕਿਸੇ ਵੀ ਲੜਾਈ ਝਗੜੇ 'ਚ ਬਹਿਸ ਵਿੱਚ ਨਹੀਂ ਪੈਣਾ, ਉੱਥੋਂ ਦੀ ਮਰਜ਼ਾਦਾ ਉੱਥੋਂ ਲਈ ਹੈ, ਤੁਸੀਂ ਇੱਥੋਂ ਦੀ ਮਰਜ਼ਾਦਾ ਇੱਥੇ ਮੰਨੋ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸੰਤ ਜੀ ਦਾ ਕਦੇ ਵੀ ਇਸ ਗੱਲ ਤੇ ਕੋਈ ਇਹ ਮੈਨੂੰ ਪੜ੍ਹਨ ਨੂੰ ਮਿਲਿਆ, ਸੁਣਨ ਨੂੰ, ਸਮਝਣ ਨੂੰ ਮਿਲਿਆ ਕਿ ਉਹ ਕਿਸੇ ਵੀ ਕਿਸਮ ਦੀ ਆਪਸੀ ਝਗੜਾ ਨਹੀਂ ਸੀ ਚਾਹੁੰਦੇ, ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਉਹ ਸਥਾਨ ਬਦਲਿਆ। ਜਿਹੜੀ ਦੂਜੀ ਬੇਨਤੀ ਤੁਸੀਂ ਕੀਤੀ ਕਿ ਹਥਿਆਰਬੰਦ, ਭੈਣ ਜੀ ਦੇਖੋ ਇੱਕ ਗੱਲ ਕਲੀਅਰ ਜੀ ਹੈ, ਨੋ ਡਾਊਟ ਕਿ ਜਦੋਂ ਪੰਜਾਬੀ ਦਾ ਨਾ ਆਪਣਾ ਇੱਕ ਅਖਾਣ ਹੈ, ਮੈਂ ਠੇਠ ਜੀ, ਮੈਂ ਕਿਉਂਕਿ ਪਿੰਡ ਰਹਿਣਾ ਤੇ ਮੇਰੀ ਭਾਸ਼ਾ 'ਚ ਤੁਸੀਂ ਦੇਖਿਆ ਹੋਊਗਾ ਥੋੜਾ ਜਿਹਾ ਠੇਠਪਨ ਹੈ। ਮੈਂ ਇਸ ਗੱਲ ਦੀ ਬੜਾ ਠੇਠ ਹੈ ਕਿ ਸਾਡਾ ਮੁਹਾਵਰਾ ਵੀ ਜਦੋਂ ਨੱਚਣ ਹੀ ਲੱਗ ਪਏ ਤੇ ਫਿਰ ਘੁੰਡ ਕਾਹਦਾ। ਜਦੋਂ ਤੁਸੀਂ ਦੇਖ ਰਹੇ ਹੋ ਕਿ ਦਿੱਲੀ ਤੁਹਾਡੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੀ, ਉਹਦੇ ਉੱਤੇ ਬਲਦੀ ਤੇ ਭਾਂਬੜ ਤੇਲ ਪਾਇਆ ਜਾ ਰਿਹਾ, ਔਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਉਹ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਔਰ ਸਾਰਿਆਂ ਨੂੰ ਯਾਦ ਹੋਏਗਾ ਕਿ ਸੰਤ ਜੀ ਹੋਰਾਂ ਦੇ ਹੁੰਦਿਆਂ ਹੋਇਆਂ ਪੰਜਾਬ ਦਾ ਇੱਕ ਬਹੁਤ ਵੱਡਾ ਅਖਬਾਰ ਸਮੂਹ ਹੈ ਜਿਹਦੇ ਬਹੁਤ ਵੱਡੇ ਨਾਮੀ ਬਾਨੀ ਨੂੰ ਜਿਹੜਾ ਹੈ ਉਹ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਇਹ ਗੱਲ ਸਾਰਿਆਂ ਨੂੰ ਬਿਲਕੁਲ ਸਮਝ 'ਚ ਪੈਂਦੀ ਹੈ ਵੀ ਇਹ ਸੰਤ ਜੀ ਦੇ ਜਾਂ ਮਤਲਬ ਇਨਫਲੂਐਂਸ ਦੇ ਵਿੱਚ ਹੋਇਆ ਹੋ ਸਕਦਾ ਹੈ। ਪਰ ਮੈਂ ਇੱਥੇ ਪੁੱਛਣਾ ਚਾਹੁੰਦਾ ਕਿ 1947 ਤੋਂ ਉਹ ਅਖਬਾਰ ਹਮੇਸ਼ਾ ਸਿੱਖਾਂ ਦੀਆਂ ਗੱਲਾਂ ਤੇ ਬਲਦੀ ਤੇ ਤੇਲ ਪਾਉਂਦੀ ਹੈ। ਇਸ ਗੱਲ ਨੂੰ ਅਸੀਂ ਕਿਵੇਂ ਪ੍ਰੂਵ ਕਰਾਂਗੇ? ਮੈਂ ਕਿਸੇ ਦਾ ਪੱਖ ਨਹੀਂ ਪੁੱਛਦਾ, ਕਿਉਂਕਿ ਜਦੋਂ ਤੁਸੀਂ ਜਰਨਲਿਸਟ ਹੁੰਦੇ ਹੋ ਜਾਂ ਜਦੋਂ ਤੁਸੀਂ ਕੋਈ ਡਿਸਕਸ਼ਨ ਕਰਦੇ ਹੋ, ਜੇ ਤੁਸੀਂ ਸਹੀ ਸਕਾਲਰ ਹੋ ਤਾਂ ਤੁਹਾਡਾ ਫਰਜ਼ ਬਣਦਾ ਕਿ ਦੋਵਾਂ ਪੱਖਾਂ ਨੂੰ ਧਿਆਨ ਨਾਲ। ਪ੍ਰੈਸ ਦੀ ਆਜ਼ਾਦੀ ਦਾ ਬਹੁਤ ਵੱਡਾ ਮੁਕਾਮ ਹੈ। ਸਾਧੂ ਸਿੰਘ ਹਮਦਰਦ ਵੀ ਇਸੇ ਪੰਜਾਬ 'ਚ ਹੀ ਅਜੀਤ ਅਖਬਾਰ ਚਲਾਉਂਦੇ ਰਹੇ, ਕਦੇ ਕੋਈ ਕਨਫਲਿਕਟ ਨਹੀਂ ਹੋਇਆ। ਇਹ ਕਿਉਂ ਹੋਇਆ ਕਿ ਮਹਾਸ਼ਾ ਪ੍ਰੈਸ ਦਾ ਪਹਿਲਾਂ ਵੀ 1947 ਤੋਂ ਪਹਿਲਾਂ ਵੀ ਸਿੱਖਾਂ ਪ੍ਰਤੀ ਰਵੱਈਆ ਤੇ 1947 ਤੋਂ ਬਾਅਦ ਵੀ ਸਿੱਖਾਂ ਪ੍ਰਤੀ ਰਵੱਈਆ, ਔਰ ਵਿਸ਼ੇਸ਼ ਤੌਰ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਖਿਲਾਫ ਭੱਦੀਆਂ ਟਿੱਪਣੀਆਂ ਕਰਨਾ, ਇਹ ਕਿਸੇ ਵੀ ਅਖਬਾਰ ਨੂੰ ਜਾਂ ਕਿਸੇ ਇੱਕ ਚੰਗੇ ਜੈਨੂਅਨ ਜਰਨਲਿਸਟ ਨੂੰ ਸ਼ੋਭਾ ਨਹੀਂ ਸੀ ਦਿੰਦਾ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸੈਂਟਰ ਗੌਰਮੈਂਟ ਵੱਲੋਂ ਬਜਾਏ ਕਿ ਇਸ ਨੂੰ ਸ਼ਾਂਤ ਕਰਨ ਦੇ, ਉਹਨਾਂ ਨੂੰ ਹੋਰ ਭਟਕਾਇਆ ਗਿਆ, ਕਿਉਂਕਿ ਅਗਲੇ ਮਾਈਂਡਸੈਟ ਵੀ ਦੇਖਦੇ, ਉਹਨਾਂ ਨੂੰ ਪਤਾ ਸੀ ਕਿ ਸੰਤ ਜੀ ਕਿਸੇ ਵੀ ਕਿਸਮ ਦਾ ਜਿਹੜਾ ਧੱਕਾ ਬਰਦਾਸ਼ਤ ਨਹੀਂ ਕਰਨਗੇ। ਪੰਜਾਬ 'ਚ ਨੌਜਵਾਨਾਂ ਨੂੰ ਚੱਕਣਾ, ਚੰਦੋ ਕਲਾ ਦੇ ਵਿੱਚ ਤੁਸੀਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਅੱਗ ਲਾ ਦੇਣੀ, ਇਹ ਸਾਰਾ ਕੁਝ ਉਹ ਐਕਟਸ ਨੇ ਜਿਹੜੇ ਸੰਤ ਜਰਨੈਲ ਸਿੰਘ ਹੋਣਾ ਦੀ ਜਿਹੜੀ ਸਾਈਕੀ ਹੈ, ਪੰਥ ਪ੍ਰਸਤੀ ਹੈ, ਉਹਨਾਂ ਦੇ ਅੰਦਰ ਜਿਹੜਾ ਜਜ਼ਬਾ ਹੈ ਔਰ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ, ਉਹਨੂੰ ਉਬਾਲਾ ਦੇਣ ਵਾਸਤੇ ਕਿ ਇਹ ਭਟਕੇ ਸਾਰੀਆਂ ਚੀਜ਼ਾਂ ਤੋਂ। ਤੇ ਉਹਨਾਂ ਨੂੰ ਉਹ ਸਾਰੀਆਂ ਘਟਨਾਵਾਂ, ਕਿਉਂਕਿ ਚੰਦੋ ਕਲਾ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪੋਥੀਆਂ ਸਾੜਨਾ ਤੇ ਕਿਤੇ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਤਾਂ ਉਹ ਸਾਰੀਆਂ ਚੀਜ਼ਾਂ ਜਦੋਂ ਸਰਕਾਰ ਵਰਦੀ ਵਿੱਚ, ਜਿਹਦਾ ਫਰਜ਼ ਬਣਦਾ ਹੈ ਕਿ ਉਹ ਗਲਤ ਕੰਮ ਨਾ ਕਰੇ,
ਉਹ ਟ੍ਰੇਨਡ ਕੀਤੇ ਜਾਂਦੇ ਔਰ ਸੰਵਿਧਾਨ ਦੀ ਸਹੁੰ ਚੱਕ ਕੇ ਆਉਂਦੇ ਕਿ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ। ਜਦੋਂ ਉਹ ਐਸੀਆਂ ਕਾਨਫਰੰਸਿਸ ਕਰਦੇ ਨੇ, ਮੈਨੂੰ ਲੱਗਦਾ ਫਿਰ ਉਹਦਾ ਜਵਾਬ ਹਥਿਆਰਬੰਦ ਸੰਘਰਸ਼ ਨਾਲ ਜਦੋਂ ਦੇਣਾ ਪੈਂਦਾ ਤੇ ਫਿਰ ਉਹ ਪਰਿਕਰਮਾ ਵਿੱਚ ਹੋਵੇ ਜਾਂ ਉਹ ਲੰਗਰ ਹਾਲ ਵਿੱਚ ਹੋਵੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਵੇ। ਕਿਉਂਕਿ ਮੈਂ ਕੱਲ ਵੀ ਕਿਸੇ ਟਾਕ ਸ਼ੋਅ 'ਚ ਕਹਿ ਰਿਹਾ ਸੀ ਕਿ ਕਿਲ੍ਹਾ ਆਨੰਦਗੜ੍ਹ ਅੱਜ ਗੁਰਦੁਆਰਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੀ ਉਦੋਂ ਜੰਗੀ ਚੀਜ਼ ਹੀ ਸੀਗੀ। ਸੋ ਜਦੋਂ ਫਿਰ ਚੜ ਕੇ ਆ ਗਿਆ। ਰੁਕਾਂਗੇ ਜੀ, ਵਾਪਸ ਆਵਾਂਗੇ ਆਪਾਂ ਤੇ ਆਪਾਂ ਸੰਤਾਂ ਦੀ ਸ਼ਹੀਦੀ ਬਾਰੇ ਗੱਲਬਾਤ ਕਰਾਂਗੇ। ਉੱਥੇ ਜਦੋਂ ਅਟੈਕ ਹੁੰਦਾ 2-4 ਮਿੰਟ ਆਪਾਂ ਇਸ ਗੱਲ ਤੇ ਲਾਵਾਂਗੇ ਤੇ ਫਿਰ ਹੁਣ ਅੱਜ ਅਸੀਂ ਕਿੱਥੇ ਖੜੇ ਹਾਂ ਫਿਰ ਆਪਾਂ ਉਧਰ ਨੂੰ ਤੁਰਾਂਗੇ। ਹੁਣੇ ਵਾਪਸ ਆਵਾਂਗੇ। ਦੋਸਤੋ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਤੇ ਪ੍ਰੋਗਰਾਮ ਰੂਹ ਦੀਆਂ ਗੱਲਾਂ ਪੇਸ਼ ਕੀਤਾ ਜਾ ਰਿਹਾ ਹੈ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ ਰੁਕ ਰਹੇ ਹਾਂ ਇੱਥੇ। ਹੁਣੇ ਵਾਪਸ ਆਵਾਂਗੇ ਤੇ ਭਾਈ ਪਰਮਪਾਲ ਸਿੰਘ ਜੀ ਮੇਰੇ ਨਾਲ ਗੱਲਬਾਤ 'ਚ ਇਸੇ ਤਰ੍ਹਾਂ ਸ਼ਾਮਲ ਰਹਿਣਗੇ। ਦੋਸਤੋ, ਸਾਡੀ ਵਾਪਸੀ ਹੈ ਜੀ ਪ੍ਰੋਗਰਾਮ ਰੂਹ ਦੀਆਂ ਗੱਲਾਂ ਲੈ ਕੇ ਸਾਂਝਾ ਟੀਵੀ ਤੇ ਜੂਨ 1984 ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਮੇਰੇ ਨਾਲ ਮੇਰੇ ਮਹਿਮਾਨ ਨੇ ਜੀ ਅੱਜ ਦੇ ਭਾਈ ਪਰਮਪਾਲ ਸਿੰਘ ਜੀ। ਬਹੁਤ ਵਧੀਆ ਜਾਣਕਾਰੀ ਸਾਨੂੰ ਦੇ ਰਹੇ ਨੇ। ਅਹਿਮ ਗੱਲਬਾਤ ਹੈ ਅੱਜ ਦੀ। ਇਹਦੇ ਵਿੱਚ ਕੁਝ ਹੋਰ ਜਾਣਕਾਰੀ ਇਹਨਾਂ ਤੋਂ ਅਸੀਂ ਹਾਸਲ ਕਰਾਂਗੇ। ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ ਜੀ ਇੱਕ ਵਾਰੀ ਫਿਰ। ਜੀ ਆਇਆਂ ਨੂੰ। ਅੱਛਾ, ਜਦੋਂ ਅਟੈਕ ਹੁੰਦਾ ਜੀ 1 ਜੂਨ ਤੋਂ ਲੈ ਕੇ 6 ਜੂਨ ਤੱਕ, ਇਹ ਸਾਰਾ ਵਾਕਿਆ ਜਿਹੜਾ ਇਹ ਆਪਾਂ ਵੇਖਣ ਸੁਣਨ ਵਾਲਿਆਂ ਨਾਲ, ਬੇਸ਼ੱਕ ਸਾਡੇ ਲੋਕ ਨੇ ਜਿਹੜੇ ਸਾਡੇ ਆਪਣੇ ਸਾਰੇ ਜਾਣਦੇ ਹੀ ਆ, ਪਰ ਫਿਰ ਵੀ ਸੰਤਾਂ ਦੀ ਸ਼ਹੀਦੀ ਦਾ ਜ਼ਿਕਰ ਹੈ ਜਿਹੜਾ ਮੈਂ ਜ਼ਰੂਰ ਤੁਹਾਡੇ ਤੋਂ ਸੁਣਨਾ ਚਾਹੁੰਦੀ ਹਾਂ। ਹਾਂਜੀ ਜੀ, ਬਿਲਕੁਲ। ਐਕਚੁਅਲੀ 1 ਜੂਨ ਤੋਂ, ਕਿਉਂਕਿ ਦੇਖੋ ਏਜੰਸੀਆਂ ਵੱਲੋਂ ਜਿਹੜਾ ਸਰਕਾਰੀ ਜਿਹੜੀਆਂ ਖੂਫੀਆ ਏਜੰਸੀਆਂ ਜਿਹੀਆਂ ਸੀਕਰੇਟ ਸਰਵਿਸ ਸੀ, ਉਸ ਤੋਂ ਪਹਿਲਾਂ ਕਾਫੀ ਸਰਵੀਲੈਂਸ ਸੀਗੀ। ਬਟ ਜਿਵੇਂ ਕਿ ਕੁਲਦੀਪ ਸਿੰਘ ਬਰਾੜ ਆਪਣੀਆਂ ਕਿਤਾਬਾਂ 'ਚ ਲਿਖਦੇ ਨੇ, ਜਾਂ ਜਿਹੜੇ ਦੂਸਰੀ ਧਿਰ ਦੇ ਮਤਲਬ ਸਿੱਖਾਂ ਤੋਂ ਦੂਜੀ ਧਿਰ ਨੇ ਜਿਹੜਾ ਲਿਖਿਆ, ਉਹਦੇ ਅਕੋਰਡਿੰਗਲੀ 1 ਜੂਨ ਤੱਕ ਜਿਹੜੀ ਹੈ ਸਾਰੇ ਸ਼੍ਰੀ ਦਰਬਾਰ ਸਾਹਿਬ ਦੀ ਘੇਰਾਬੰਦੀ ਕਰ ਲਈ ਗਈ ਸੀ। ਔਰ ਮੈਂ ਇੱਕ ਚੀਜ਼ ਜ਼ਰੂਰ ਦੱਸ ਦੇਣਾ ਚਾਹੁੰਦਾ, ਜ਼ਿਕਰ ਕਰਨਾ ਕਿ ਸੈਂਟਰ ਗੌਰਮੈਂਟ ਬਹੁਤ ਚਿਰ ਪਹਿਲਾਂ 7-8 ਪਹਿਲਾਂ ਹੀ ਇੱਕ ਜਗ੍ਹਾ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਪ੍ਰੈਕਟਿਸ ਕਰ ਚੁੱਕੀ ਸੀਗੀ, ਆਪਣੇ ਫੌਜੀਆਂ ਨੂੰ ਪ੍ਰੈਕਟਿਸ ਕਰਾ ਚੁੱਕੀ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਕਿਵੇਂ ਹੋਣਾ, ਕਿੱਦਾਂ ਕਰਨਾ। ਸੋ ਇਹ ਚੀਜ਼ਾਂ ਜਦੋਂ ਇਤਿਹਾਸ ਵਿੱਚ ਮਿਲਦੀਆਂ ਨੇ ਤਾਂ ਸਾਨੂੰ ਸਾਡੇ ਦੁਸ਼ਮਣ ਦੀ ਜਿਹੜੀ ਨੀਤੀ ਹੈ ਜਾਂ ਉਹਦੀ ਨੀਅਤ ਹੈ ਉਹਦੇ 'ਤੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਸੋ 1 ਜੂਨ ਨੂੰ ਸਾਰੇ ਪਾਸਿਓਂ ਹਮਲਾ ਕਰਨ ਦੀ ਤਿਆਰੀ ਜਿਹੜੀ ਹੈ ਉਹ ਬਿਲਕੁਲ ਕਰ ਲਈ ਗਈ ਸੀ। ਪਰ ਦੂਸਰੇ ਪਾਸੇ ਲੜਾਈ ਦੇ ਵਿੱਚ ਜਿਹੜਾ ਯੁੱਧ ਨੀਤੀ ਹੈ ਉਹ ਆਪਣੇ ਇੱਕ ਐਕਸ ਆਰਮੀ ਜਨਰਲ ਕਰ ਰਹੇ ਨੇ, ਜਨਰਲ ਸੁਬੇਗ ਸਿੰਘ ਜੀ। ਇਸ ਕਰਕੇ ਪਹਿਲੇ ਦਿਨ ਜੋ ਨੀਤੀ ਬਣੀ ਉਹਦੇ ਤਹਿਤ ਜਿਹੜਾ ਸਿੱਖਾਂ ਵਾਲੀ ਸਾਈਡ ਆ, ਸਿੰਘਾਂ ਵਾਲੀ ਸਾਈਡ ਆ, ਉੱਥੇ ਕੋਈ ਵੀ ਗੋਲਾਬਾਰੀ ਨਹੀਂ ਕੀਤੀ ਗਈ, ਕਿਉਂਕਿ ਜਨਰਲ ਸਾਹਿਬ ਦਾ ਆਦੇਸ਼ ਸੀ, ਇਤਿਹਾਸ ਵਿੱਚ ਮਿਲਦਾ ਕਿ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਪਣੀਆਂ ਗੋਲੀਆਂ ਚਲਾਵਾਂਗੇ ਤਾਂ ਇਹਨਾਂ ਦੇ ਜਿਹੜੇ ਜਰਨੈਲ ਆ ਉਹਨਾਂ ਨੂੰ ਸਾਡੇ ਵੈਪਨਸ ਅਤੇ ਸਾਡੇ ਟਿਕਾਣਿਆਂ ਦਾ ਪਤਾ ਲੱਗੂਗਾ। ਇਸ ਕਰਕੇ ਪਹਿਲੇ ਦਿਨ ਸਿੱਖ ਸਾਈਡ ਤੋਂ ਕੋਈ ਗੋਲੀਬਾਰੀ ਨਹੀਂ ਕੀਤੀ ਗਈ। ਪਰ ਉਸ ਦਿਨ ਦੇ ਇਤਿਹਾਸ 'ਚ ਇਹ ਜ਼ਿਕਰ ਜ਼ਰੂਰ ਮਿਲਦਾ ਹੈ ਕਿ 8 ਲੋਕ ਜਿਹੜੇ ਆ ਉਹ ਉਸ ਦਿਨ ਮਾਰੇ ਜਾਂਦੇ ਨੇ। ਸੋ ਇਹ ਇੰਡੀਅਨ ਗਵਰਨਮੈਂਟ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਜਿਹੜੇ ਉਹ ਲੋਕ ਮਾਰੇ ਗਏ ਉਹ ਕੌਣ ਸੀਗੇ, ਤੇ ਜਾਂ ਜਿਹੜੀ ਆਰਮੀ ਹੈ ਜਾਂ ਜਿਹੜੀ ਉਸ ਵੇਲੇ CRP ਹੈ, ਸੁਰੱਖਿਆ ਬਲ ਹੈ, ਇਹਨਾਂ ਨੇ ਉਹ 8 ਇਨੋਸੈਂਟ ਪਰਸਨ ਹੀ ਕਿਉਂ ਮਾਰ ਦਿੱਤੇ? ਕਿ ਉਹ ਵਾਕਿਆ ਹੀ ਜਿਹੜੇ ਉਹ ਸਿੰਘਾਂ ਦੇ ਨਾਲ ਸੀ ਜਾਂ ਹਥਿਆਰਬੰਦ ਸੀਗੇ? ਬਟ ਉਹਦਾ ਕੋਈ ਜ਼ਿਕਰ ਜਿਹੜਾ ਉਹ ਨਹੀਂ ਮਿਲਦਾ। ਸੋ ਦੂਜੇ ਦਿਨ ਸਾਰੇ ਬੰਨਿਆਂ ਤੋਂ ਬੱਤੀ ਪਾਣੀ ਜਿਹੜਾ ਉਹ ਕੱਟ ਦਿੱਤਾ ਜਾਂਦਾ ਹੈ, ਸੈਂਸਰ ਕਰ ਦਿੱਤਾ ਜਾਂਦਾ ਸਾਰਾ ਮੀਡੀਆ, NRI ਸਾਰੇ ਪੱਤਰਕਾਰਾਂ ਨੂੰ, ਕਿਉਂਕਿ ਇਹਦਾ ਜ਼ਿਕਰ ਆਪਣਾ ਸਤੀਸ਼ ਜੈਕਬ ਹੋਰਾਂ ਨੇ ਤੇ ਮਾਰਕ ਟੈਲੀ ਨੇ ਕਿਤਾਬ ਲਿਖੀ ਹੈ ਸਾਂਝੇ ਰੂਪ 'ਚ, ਜਿਹੜੀ ਸਭ ਤੋਂ, ਕਿਉਂਕਿ ਉਹ BBC 'ਚ ਕੰਮ ਕਰਦੀ ਸੀ ਇਸ ਕਰਕੇ ਆਥੈਂਟਿਕ ਮੰਨੀ ਜਾਂਦੀ ਹੈ। ਸੋ ਉਹ ਮਾਰਕ ਟੈਲੀ ਇਹ ਗੱਲ ਕਹਿੰਦੇ ਨੇ ਕਿ ਮੈਂ ਕਿਉਂਕਿ ਬਾਹਰ ਦਾ ਸੀਗਾ ਤੇ ਮੈਨੂੰ ਪੰਜਾਬ ਜਾਣ ਦੀ ਆਗਿਆ ਨਹੀਂ ਸੀ, ਇਸ ਕਰਕੇ ਮੈਂ ਸਾਰਾ ਕੰਮ ਦਿੱਲੀ 'ਚ ਬਹਿ ਕੇ ਕੀਤਾ ਤੇ ਸਤੀਸ਼ ਜੈਕਬ ਹੋਰਾਂ ਨੇ ਕਵਰੇਜ ਕੀਤੀ। ਸੋ ਇੱਥੋਂ ਹੀ ਪਤਾ ਲੱਗਦਾ ਹੈ ਕਿ ਉਸ ਵੇਲੇ ਪ੍ਰੈਸ ਦਾ, ਮੀਡੀਆ ਦਾ, ਜਾਂ ਜਿਹੜੀ ਇਹ ਡੈਮੋਕ੍ਰੇਸੀ ਹੈ ਦੁਨੀਆ ਦੀ ਸਭ ਤੋਂ ਵੱਡੀ, ਇਹਦੇ ਵਿੱਚ ਇੱਕ ਐਕਸ਼ਨ ਕਰਨ ਦੇ ਲਈ ਪੱਤਰਕਾਰਤਾ ਦਾ ਗਲਾ ਕਿੱਦਾਂ ਘੁੱਟ ਦਿੱਤਾ ਜਾਂਦਾ ਹੈ ਕਿ ਕੋਈ ਵੀ ਆਵਾਜ਼ ਅਸੀਂ ਬਾਹਰ ਨਹੀਂ ਜਾਣ ਦੇਣੀ। ਦੂਰਦਰਸ਼ਨ ਤੇ ਜਿਹੜਾ ਰੇਡੀਓ ਸੀਗਾ, ਆਕਾਸ਼ਵਾਣੀ, ਉਹਨਾਂ ਦੋਵਾਂ ਨੂੰ ਸੈਂਸਰ ਕੀਤਾ ਗਿਆ।
ਤੇ ਬਕਾਇਦਾ ਉਹਦੇ ਤੇ ਸਰਵੇਲੈਂਸ ਸੀਗੀ ਕਿ ਕਿਹੜੇ ਢੰਗ ਨਾਲ ਕਿਹੜੀ ਖਬਰ ਕਿੰਨੀ ਕੁ ਜਿਹੜੀ ਹੈ ਉਹ ਦੇਣੀ ਹੈ। ਸੋ ਮੀਡੀਆ ਨੂੰ ਬੁਰੀ ਤਰ੍ਹਾਂ ਸ਼ਟ ਡਾਊਨ ਕਰਨਾ, ਪੰਜਾਬ ਨੂੰ ਸਾਰਿਆਂ ਬੰਨਿਆਂ ਤੋਂ ਕੱਟ ਦਿੱਤਾ ਗਿਆ। ਤੇ ਜਿਹੜੀ ਕਿਉਂਕਿ ਪੰਜਾਬ ਜਿਹੜਾ ਬਾਰਡਰ ਸਟੇਟ ਹੈ, ਸੋ ਖਦਸ਼ਾ ਸੀ ਸੈਂਟਰ ਗੌਰਮੈਂਟ ਨੂੰ ਕਿ ਹੋ ਸਕਦਾ ਹੈ ਕਿ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਦੀ ਧਿਰ ਹੈ ਇਹਨਾਂ ਦੀ ਪਾਕਿਸਤਾਨ ਨਾਲ ਕੋਈ ਅੱਟੀ ਸੱਟੀ ਹੋਵੇ ਤੇ ਜਦੋਂ ਇੱਧਰੋਂ ਹਮਲਾ ਹੋਵੇ ਤੇ ਉੱਧਰੋਂ ਜਿਹੜਾ ਬਾਰਡਰ ਖੋਲ ਦਿੱਤੇ ਜਾਣ। ਇਸ ਕਰਕੇ ਪੰਜਾਬ ਤੋਂ ਸਾਰੀ ਦੀ ਸਾਰੀ ਸਰਹੱਦ ਜਿਹੜੀ ਹੈ ਉਹ ਪ੍ਰੋਪਰ ਸੀਲ ਕਰ ਦਿੱਤੀ ਗਈ ਸੀ ਤੇ ਪੰਜਾਬ ਨੂੰ ਪੂਰੇ ਹਿੰਦੁਸਤਾਨ ਨਾਲੋਂ ਤੋੜ ਦਿੱਤਾ ਗਿਆ। ਕੋਈ ਸਾਰੇ ਪਾਸੇ 24/7 ਦਾ ਕਰਫਿਊ ਸੀਗਾ। ਕਿਸੇ ਇੱਕ ਵੀ ਮਤਲਬ ਕਹਿੰਦੇ ਕਿ ਚਿੜੀ ਵੀ ਫੜਕਣ ਨਾ ਦੇਣ ਵਾਲਾ ਜਿਹੜਾ ਉਹ ਮਾਹੌਲ ਬਣ ਚੁੱਕਾ ਸੀਗਾ। ਸੋ ਛੋਟੀ ਛੋਟੀ ਰੁਕ ਰੁਕ ਕੇ ਜਿਹੜੀ ਗੋਲਾਬਾਰੀ ਹੈ, ਗੋਲੀਆਂ ਉਹ ਚੱਲਦੀਆਂ ਰਹੀਆਂ, ਇਹ ਚੈੱਕ ਕਰਨ ਲਈ ਵੀ ਕਿ ਇਹਨਾਂ ਕੋਲ ਹਥਿਆਰ ਕਿਹੜੇ ਨੇ ਤੇ ਮੋਰਚੇ ਕਿੱਥੇ ਕਿੱਥੇ ਨੇ। ਸੋ ਮੈਂ ਦੱਸਣਾ ਚਾਹੁੰਦਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਉਹ ਮੇਨ ਮੋਰਚਾ ਸੀਗਾ ਜਿੱਥੇ ਸੰਤ ਜੀ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਤੇ ਜਨਰਲ ਸੁਬੇਗ ਸਿੰਘ ਸੀਗੇ, ਉਹਦੇ ਸੱਜੇ ਤੇ ਖੱਬੇ ਦੋਵਾਂ ਪਾਸੇ ਬਹੁਤ ਮਤਲਬ ਉਮਦਾ ਢੰਗ ਦੇ ਨਾਲ ਕਹਾਂਗਾ ਕਿ ਜਨਰਲ ਸੁਬੇਗ ਸਿੰਘ ਹੋਣਾ ਨੇ ਇੱਕ ਬਹੁਤ ਪਿਆਰੀ ਨੀਤੀ ਦੇ ਤਹਿਤ ਕਿ ਜੇ ਇੰਡੀਅਨ ਆਰਮੀ ਅੰਦਰ ਦਾਖਲ ਹੋਏਗੀ ਜਾਂ ਉਹ ਕ੍ਰੋਲਿੰਗ ਕਰਕੇ ਅੰਦਰ ਆਏਗੀ ਤਾਂ ਉਹਦਾ ਕੀ ਸੋਲਿਊਸ਼ਨ ਹੈ। ਜੇ ਉਹ ਹਵਾਈ, ਕਿਉਂਕਿ ਤਿੰਨੇ ਫੌਜਾਂ ਜਿਹੜੀਆਂ ਇਹਦੇ ਵਿੱਚ ਯੂਜ਼ ਕੀਤੀਆਂ ਗਈਆਂ, ਇਹ 에ਅਰਫੋਰਸ ਵੀ ਯੂਜ਼ ਕੀਤੀ ਗਈ, ਹੈਲੀਕਾਪਟਰਾਂ ਦੇ ਰਾਹੀਂ ਕਮਾਂਡੋ ਉਤਾਰੇ ਗਏ। ਇਹਦੇ ਵਿੱਚ ਜਿਹੜੀ ਹੈ ਉਹ ਸਰੋਵਰ ਵਾਸਤੇ ਉਹਨਾਂ ਜਿਹੜੇ ਡਾਈਵਰਸ ਨੇ ਨੇਵੀ ਦੇ ਉਹ ਵੀ ਜਿਹੜੇ ਉਹ ਯੂਜ਼ ਕੀਤੇ ਗਏ। ਸੋ ਤਿੰਨੇ ਫੌਜਾਂ ਆਪਣਾ ਪੂਰਾ ਤਾਮਝਾਮ ਲੈ ਕੇ ਜਿਹੜਾ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ। ਸੋ ਇਹ ਜਿਹੜੇ ਦੋ ਮਨਾਰੇ ਆਪਾਂ ਦੇਖਦੇ ਹਾਂ, ਜਿਨ੍ਹਾਂ ਦੀ ਤੁਸੀਂ ਅਗਰ ਪੁਰਾਣੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਫੋਟੋਆਂ ਦੇਖੋਗੇ ਤਾਂ ਉਹਦੇ ਵਿੱਚ ਜਿਹੜੇ ਉਹ ਮਨਾਰ ਨੇ ਉਹ ਟੱਠੇ ਹੋਇਆਂ ਦੀ ਤੁਹਾਨੂੰ ਜਿਹੜੀ ਉਹ ਬੜਾ ਲੰਬਾ ਸਮਾਂ ਅੱਜ ਤਾਂ ਉਹ ਰਿਪੇਅਰ ਕਰ ਲਿਆ ਗਿਆ ਨੇ। ਸੋ ਉਹਦੇ ਉੱਤੇ ਦੋ ਜਿਹੜੇ ਉਹ ਡਿਫੈਂਸਿਵ ਮੋਰਚੇ ਸੀਗੇ ਕਿ ਅਗਰ ਕੋਈ ਆਰਮੀ ਅੰਦਰ ਇੰਟਰ ਕਰਦੀ ਹੈ, ਉਹ ਬਹੁਤ ਉੱਚੇ ਥਾਂ ਤੇ ਸੀਗੇ, ਇਸ ਕਰਕੇ ਉਹਨੂੰ ਕਵਰ ਫਾਇਰ ਦੇਣ ਵਾਸਤੇ ਉਹਨਾਂ ਦੋਵਾਂ ਮਨਾਰਾਂ ਦੇ ਉੱਪਰ ਵੀ ਜਿਹੜਾ ਉਹ ਮੋਰਚੇਬੰਦੀ ਕੀਤੀ ਹੋਈ ਸੀ। ਕਿਉਂਕਿ ਪੂਰਾ ਮੈਂ ਇਹਦੇ ਵਿੱਚ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਿ ਪੂਰਾ ਦਰਬਾਰ ਸਾਹਿਬ ਕੰਪਲੈਕਸ ਜੰਗੀ ਅਖਾੜਾ ਸੀਗਾ ਔਰ ਉਹਨੂੰ ਬਕਾਇਦਾ ਪ੍ਰੋਪਰ ਢੰਗ ਦੇ ਨਾਲ ਜਿਹੜਾ ਉਹ ਵਿਉਂਤਬੰਦੀ ਦੇ ਨਾਲ ਡਿਫੈਂਸ ਤਿਆਰ ਕਰਨ ਵਾਸਤੇ ਜਾਂ ਜਿੱਥੇ ਲੋੜ ਪੈਂਦੀ ਹੈ ਉੱਥੇ ਫੈਂਸਿਵ ਹੋ ਕੇ ਜਵਾਬ ਦੇਣ ਵਾਸਤੇ ਪੂਰੀ ਤਰ੍ਹਾਂ ਉਹਨੂੰ ਜਿਹੜਾ ਉਹ ਤਿਆਰ ਕੀਤਾ ਗਿਆ ਸੀਗਾ। ਸੋ 3 ਤਰੀਕ ਕਿਉਂਕਿ ਸ਼ਹੀਦੀ ਪੁਰਬ ਇਹ ਬਹੁਤ ਵੱਡੀ ਇੱਕ ਇੰਡੀਅਨ ਗਵਰਨਮੈਂਟ ਦੇ ਮੱਥੇ ਤੇ ਕਲੰਕ ਵੀ ਹੈ ਇਸ ਗੱਲ ਦਾ। ਜਦੋਂ ਅਸੀਂ ਘੱਲੂਘਾਰੇ ਨੂੰ ਯਾਦ ਕਰਾਂਗੇ, ਇਹਨੂੰ ਘੱਲੂਘਾਰਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿੱਥੇ ਅੱਗੇ 4 ਦਿਨ ਰੁਕੇ ਸੀ ਉੱਥੇ ਹੋਰ ਰੁਕ ਜਾਂਦੇ। ਭਾਵੇਂ ਕੁਲਦੀਪ ਸਿੰਘ ਬਰਾੜ ਜਿਹੜੇ ਉਸ ਵੇਲੇ ਲੀਡ ਕਰ ਰਹੇ ਸੀ ਆਰਮੀ ਵੱਲੋਂ, ਉਹ ਬਹੁਤ ਸਾਰੇ ਬਹਾਨੇ ਦਿੰਦੇ ਨੇ ਇੱਥੇ ਕਿ ਸਾਨੂੰ ਆਹ ਪ੍ਰੋਬਲਮ ਸੀ, ਇੱਦਾਂ ਪਿੰਡਾਂ 'ਚ ਲੋਕਾਂ ਦੇ ਆ ਜਾਣ ਦਾ ਖਦਸ਼ਾ ਸੀ, ਇੱਦਾਂ ਸੀ, ਅਸੀਂ ਕਰਕੇ ਅਸੀਂ ਕੁਇਕਲੀ ਬਹੁਤ ਸਾਡੇ ਕੋਲ ਟਾਈਮ ਘੱਟ ਸੀ, ਅਸੀਂ ਜਲਦੀ ਸਾਰਾ ਕੁਝ ਕੀਤਾ। ਪਰ ਮੈਂ ਕਹਿਣਾ ਕਿ ਇਹ ਇੰਡੀਅਨ ਗਵਰਨਮੈਂਟ ਤੇ ਕਲੰਕ ਹੈ ਕਿ ਸ਼ਹੀਦੀ ਪੁਰਬ ਧੰਨ ਗੁਰੂ ਅਰਜਨ ਸਾਹਿਬ ਦਾ ਚੂਜ਼ ਕੀਤਾ ਗਿਆ। ਸੋ 3 ਤਰੀਕ ਉਹ ਬਹੁਤ ਸਾਰੇ ਲੋਕ ਜਿਹੜੇ ਨੇ ਉਹ, ਔਰ ਇੱਥੋਂ ਤੱਕ ਮੈਂ ਅੱਜ ਪੜ੍ਹ ਰਿਹਾ ਸੀਗਾ ਕਿ ਇੱਕ 65 ਬੱਚਿਆਂ ਦੀ ਭਰੀ ਹੋਈ ਬੱਸ ਤੇ ਉਹਨਾਂ ਦੇ ਟੀਚਰਸ ਉੱਥੇ ਵਿਜ਼ਿਟ ਕਰਨ ਲਈ ਆਏ ਹੋਏ ਸੀਗੇ। ਸੋ ਜਿਹੜਾ ਗੱਲ ਤੁਸੀਂ ਪਹਿਲਾਂ ਕਿਹਾ ਸੀ ਕਿ ਪਰਿਕਰਮਾ 'ਚ ਲੋਕ ਹਥਿਆਰਬੰਦ ਘੁੰਮ ਰਹੇ ਸੀ, ਉਹ ਕਿਸੇ ਨੂੰ ਡਰਾਉਂਦੇ ਨਹੀਂ ਸੀ। ਇਹਦੇ ਸਬੂਤ ਹੈ ਕਿ 65 ਬੱਚੇ ਉਹਨਾਂ ਦਿਨਾਂ 'ਚ ਸ਼ਹੀਦੀ ਪੁਰਬ ਤੇ ਮੱਥਾ ਟੇਕਣ ਲਈ ਆਏ। ਇਹਦਾ ਮਤਲਬ ਉਹਦੀ ਟੀਚਰ ਨੂੰ ਕਲੀਅਰ ਸੀ ਵੀ ਉੱਥੇ ਇੱਦਾਂ ਦਾ ਕੁਝ ਨਹੀਂ ਹੋਣਾ, ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਮਾਰੇ ਗਏ, ਉਹ ਟੀਚਰਸ ਦੇ ਨਾਲ ਰੇਪ ਹੋਇਆ, ਔਰ ਉਹ ਇੱਕ ਸਟੋਰੀ ਹੈ ਜੀ। ਸੋ 4 ਤਰੀਕ ਤੇ 5 ਤਰੀਕ ਦਾ ਦਿਨ ਸਭ ਤੋਂ ਅਹਿਮ ਹੈ ਜਦੋਂ ਕਿ ਆਮੋ ਸਾਹਮਣੀ ਲੜਾਈ ਹੋਈ। ਪਰ ਇਹਦੇ ਵਿੱਚ ਇੱਕ ਚੀਜ਼ ਬਾਰ-ਬਾਰ ਆਰਮੀ ਵੀ ਮੰਨਦੀ ਹੈ, ਉਹਨਾਂ ਦੇ ਜਨਰਲਸ ਵੀ ਮੰਨਦੇ ਨੇ ਕਿ ਇੱਦਾਂ ਦੀ ਘੇਰਾਬੰਦੀ ਕਰਨ ਦੇ ਬਾਅਦ ਵੀ, ਕਿਉਂਕਿ ਤਿੰਨੇ ਬਟਾਲੀਅਨ ਤਿੰਨਾਂ ਪਾਸਿਆਂ ਤੋਂ ਜਦੋਂ ਉਹਨਾਂ ਨੂੰ ਦਿਖਿਆ ਕਿ ਸਾਨੂੰ ਤਾਂ ਐਂਟਰੀ ਨਹੀਂ ਕਰਨ ਦਿੱਤਾ ਜਾ ਰਿਹਾ, ਸਾਡੀ ਫੌਜ ਜੇ ਕ੍ਰੋਲਿੰਗ ਕਰਕੇ ਘੰਟਾ ਘਰ ਵਾਲੀ ਸਾਈਡ ਤੋਂ ਅੰਦਰ ਕੋਸ਼ਿਸ਼ ਕਰਦੀ ਹੈ ਤੇ ਮਤਲਬ ਜ਼ਮੀਨ ਤੋਂ ਸਿਰਫ 9 ਇੰਚ ਦੂਰੀ ਉੱਚੀਆਂ ਜਿਹੜੀਆਂ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਉਹ ਸਾਨੂੰ ਅੰਦਰ ਨਹੀਂ ਜਾਣ ਦਿੰਦੀ, ਔਰ ਕੰਟੀਨਿਊਸਲੀ ਬਹੁਤ ਵੱਡੀ ਇੰਡੀਅਨ ਆਰਮੀ ਦੀ ਕੈਜੁਅਲਟੀਜ਼ ਹੋ ਰਹੀਆਂ, ਲਾਸ਼ਾਂ ਦੇ ਢੇਰ ਲੱਗ ਰਹੇ ਨੇ। ਸੋ ਇਹਨਾਂ ਨੇ ਜਿਹੜਾ ਉਹ 5 ਤਰੀਕ ਨੂੰ ਇਹ ਡਿਸਾਈਡ 4 ਦੀ ਰਾਤ ਨੂੰ ਪਹਿਲਾਂ ਡਿਸਾਈਡ ਹੋ ਚੁੱਕਾ ਸੀਗਾ ਕਿ ਅਸੀਂ ਸਵੇਰੇ ਇੱਕਦਮ ਉੱਪਰੋਂ ਕਮਾਂਡੋਜ਼ ਭੇਜਣੇ ਆ ਤੇ ਤਿੰਨਾਂ ਸਾਈਡਾਂ ਤੋਂ, ਇੱਕ ਘੰਟਾ ਘਰ ਵਾਲੀ ਸਾਈਡ ਜਿੱਧਰੋਂ ਅਸੀਂ ਜਾਂਦੇ ਹਾਂ, ਜਿੱਧਰ ਮਤਲਬ ਫਰੰਟ ਸਾਈਡ ਜਿਹੜੀ ਹੈ ਜਿਹਨੂੰ ਅਸੀਂ ਨੋਰਮਲੀ ਮੰਨਦੇ ਹਾਂ, ਤੇ ਇੱਕ ਸਾਈਡ ਹੈ ਲੰਗਰ ਵਾਲੀ ਸਾਈਡ, ਇੱਕ ਲਾਇਬ੍ਰੇਰੀ ਵਾਲੀ ਸਾਈਡ। ਇਹਨਾਂ ਤਿੰਨਾਂ ਪਾਸਿਆਂ ਤੋਂ ਇੱਕ ਜੁਆਇੰਟਲੀ ਜਿਹੜਾ ਉਹ ਹਮਲਾ ਕਰਨ ਦੀ ਜਿਹੜੀ ਉਹ ਵਿਉਂਤਬੰਦੀ ਕੀਤੀ ਗਈ ਤੇ ਜਿਹੜੇ ਕਮਾਂਡੋਜ਼ ਨੇ ਉਹਨਾਂ ਨੂੰ ਉੱਥੇ ਸਿੱਟਣ ਦੀ। ਪਰ ਇਹ ਸਿੱਖ ਫੌਜਾਂ ਦਾ ਜਜ਼ਬਾ ਲੜਦਾ ਹੈ ਕਿਉਂਕਿ
ਹੁਣ ਤੱਕ ਇਤਿਹਾਸ 'ਚ 40 ਵੀ 10 ਲੱਖ ਨਾਲ ਲੜੇ ਆ, ਇਹ ਸਾਡਾ ਇਤਿਹਾਸ ਹੈ। ਮੈਨੂੰ ਵੀ ਇੰਝ ਲੱਗਦਾ ਕਿ ਜਜ਼ਬਾ ਲੜਿਆ ਉੱਥੇ, ਉਹ ਫੌਜੀਆਂ ਲਈ ਔਖਾ ਸੀਗਾ ਇਹ ਸਾਰੀਆਂ ਚੀਜ਼ਾਂ। ਤੇ ਹੋਇਆ ਇਹ ਕਿ 4 ਤੇ ਤੋਂ ਬਾਅਦ ਜਦੋਂ ਇਹਨਾਂ ਨੂੰ ਥੋੜਾ ਜਿਹਾ ਲੱਗਾ ਕਿ ਸਾਡਾ ਨਹੀਂ ਸੈੱਟ ਬਹਿ ਰਿਹਾ, ਉਹ ਤਿੰਨੇ ਹਮਲੇ 5 ਤਰੀਕ ਨੂੰ, ਮੈਂ ਕੱਲ ਇੱਕ ਪੋਸਟ ਵੀ ਲਿਖੀ ਸੀ ਕਿ ਤੁਸੀਂ 6 ਤਰੀਕ ਬਾਰੇ ਦੱਸਿਓ ਕਿ ਟੈਂਕਾਂ ਦੀ ਗਾੜੀ ਜਿਹੜੇ ਉਹ ਸਾਡੇ ਸਿੱਖ ਬੰਬਾਂ ਨਾਲ ਉਡਾਏ ਗਏ, ਅਸੀਂ 5 ਤਰੀਕ ਬਾਰੇ ਆਪਣੇ ਵਾਰਸਾਂ ਨੂੰ ਦੱਸਾਂਗੇ ਕਿ 5 ਤਰੀਕ ਨੂੰ ਤੁਹਾਡਾ ਤਿੰਨਾਂ ਫੌਜਾਂ ਦਾ ਜਿਹੜਾ ਹਮਲਾ ਹੈ ਤਿੰਨਾਂ ਪਾਸਿਆਂ ਤੋਂ ਕੀਤਾ ਗਿਆ ਸੀ, ਆਕਾਸ਼ ਤੋਂ ਵੀ ਕੀਤਾ ਗਿਆ ਸੀ, ਉਹਨੂੰ ਨਾਕਾਮ ਕਰ ਦਿੱਤਾ ਗਿਆ। ਇਹਨਾਂ ਨੇ ਬਖਤਰਬੰਦ ਫੌਜੀਆਂ ਦੀ ਇੱਕ ਗੱਡੀ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਉਹ ਵੀ ਉਡਾ ਦਿੱਤੀ ਗਈ। ਤੇ ਇਹ ਗਹਿ ਗੱਚ ਲੜਾਈ ਜਿਹੜੀ ਹੈ ਉਹ ਹੋਈ। ਪਰ 5 ਤਰੀਕ ਨੂੰ ਜਦੋਂ ਪੈਦਲ ਫੌਜ ਦੇ ਹੱਥ ਖੜੇ ਹੋ ਗਏ ਵੀ ਕਿਸੇ ਪਾਸਿਓਂ ਵੀ ਅਸੀਂ ਜਿਹੜਾ ਐਂਟਰੀ ਨਹੀਂ ਕਰ ਪਾ ਰਹੇ, ਔਰ 1 ਤਰੀਕ ਤੋਂ ਇਹ ਲੜਾਈ ਜਾਰੀ ਹੈ ਤੇ ਅੱਜ 5 ਤਰੀਕ ਹੋ ਚੁੱਕੀ ਹੈ, ਅਸੀਂ ਅੰਦਰ ਦਾਖਲ ਨਹੀਂ ਹੋ ਪਾ ਰਹੇ, ਸਾਡੇ ਵੱਸ ਦਾ ਰੋਗ ਨਹੀਂ ਹੈ ਦਾਖਲ ਹੋ ਪਾਉਣਾ। ਤੇ ਹੁਣ ਸਾਡੀ ਮਜਬੂਰੀ ਬਣ ਚੁੱਕੀ ਹੈ ਕਿ ਅਸੀਂ ਤੋਪਾਂ ਤੇ ਟੈਂਕ ਜਿਹੜੇ ਆ ਉਹ ਅੰਦਰ ਦਾਖਲ ਕੀਤੇ ਜਾਣ। ਸੋ ਟੈਂਕ ਦੀ ਉਹ ਜਨਰਲ ਜਿਹੜੇ ਬਰਾੜ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਜਦੋਂ ਇਹ ਚੀਜ਼ ਹੋਈ ਸਾਡੀਆਂ ਫੌਜਾਂ ਦੀ ਬਹੁਤ ਜ਼ਿਆਦਾ ਕੈਜੁਅਲਟੀਜ਼ ਵੱਧ ਗਈ, ਸਾਨੂੰ ਪਿੱਛੇ ਮੁੜਨਾ ਪਿਆ। ਸੋ ਪਿੱਛੇ ਹੁੰਦਿਆਂ ਸਾਰ ਹੀ ਅਸੀਂ ਜਿਹੜਾ ਉਹ ਇਹ ਕੰਮ ਕੀਤਾ ਕਿ ਟੈਂਕਾਂ ਦੀ ਪਰਮਿਸ਼ਨ ਮੰਗੀ, ਫਿਰ ਤੋਪਾਂ ਤੇ ਟੈਂਕ ਜਿਹੜੇ ਉਹ ਅੰਦਰ ਦਾਖਲ ਕੀਤੇ ਗਏ। ਤੇ ਟੈਂਕ ਦੇ ਵਿੱਚ ਉਹ ਗੋਲੇ ਜਿਹੜੇ ਬੰਕਰ ਉਡਾਉਣ ਲਈ ਯੂਜ਼ ਕੀਤੇ ਜਾਂਦੇ ਨੇ, ਉਹ ਅੱਜ ਮੇਰੇ ਕੋਲ ਸਮਾਂ ਨਹੀਂ ਮੈਂ ਉਹਨੂੰ ਐਕਸਪਲੇਨ ਕਰਾਂ, ਕਦੇ ਤੁਸੀਂ ਜ਼ਰੂਰ ਪੜ੍ਹਿਓ, ਕਦੀ ਜਿਹੜੇ ਸਰੋਤੇ ਨੇ ਜ਼ਰੂਰ ਇਹਦੇ ਤੇ ਖੋਜ ਕਰਨ। ਜਿਹੜੇ ਬੰਕਰਾਂ ਨੂੰ ਉਡਾਉਣ ਵਾਸਤੇ ਵੱਡੇ ਹੁੰਦੇ ਉਹ ਡਬਲ ਫਾਇਰ ਕਰਦੇ ਨੇ, ਮਤਲਬ ਪਹਿਲਾਂ ਇੱਕ ਵਾਰੀ ਵੱਜ ਕੇ ਤੇ ਉਹ ਕੰਪਨ ਪੈਦਾ ਕਰਦੇ ਨੇ, ਉਸ ਤੋਂ ਬਾਅਦ ਉਹ ਐਕਸਪਲੋਇਟ ਹੋ ਕੇ ਬਹੁਤ ਬੁਰੀ ਤਰ੍ਹਾਂ ਬੰਬ ਦਾ ਕੰਮ ਕਰਦੇ ਨੇ। ਸੋ ਨੋਰਮਲੀ ਇੱਕ ਬੰਕਰ ਨੂੰ ਉਡਾਉਣ ਵਾਸਤੇ ਉਹ ਇੱਕ ਹੀ ਕਾਫੀ ਹੁੰਦਾ, ਪਰ ਤਕਰੀਬਨ 83 ਦੇ ਕਰੀਬ ਉਹ ਜਿਹੜੇ ਗੋਲੇ ਆ ਉਹ ਅਕਾਲ ਤਖਤ ਸਾਹਿਬ ਦੇ ਗੁੰਬਦ ਦੇ ਤੇ, ਕਿਉਂਕਿ ਉਹ ਗੁਰੂ ਘਰ ਹੈ, ਉਹ ਕਿਲਾ ਨੁਮਾ ਸ਼ਕਲ 'ਚ ਹੈ, ਉਹਦੀ ਆਪਣੀ ਇੱਕ ਬਹੁਤ ਸਟਰੋਂਗ ਪ੍ਰੈਪਰੇਸ਼ਨ ਹੋ ਚੁੱਕੀ ਹੈ। ਤੇ ਪਰ ਉਹਨੂੰ ਉਡਾਉਣਾ ਇਹਨਾਂ ਲਈ ਬਹੁਤ ਔਖਾ ਸੀਗਾ, ਪਰ ਇਹਨਾਂ ਨੇ ਉਹ ਤੋਪਾਂ ਦੇ ਤੇ ਜਿਹੜੇ ਟੈਂਕਾਂ ਦੇ ਗੋਲੇ ਆ ਉਹ ਮਾਰ ਕੇ ਤੇ 6 ਜੂਨ ਨੂੰ ਸਵੇਰੇ ਅਕਾਲ ਤਖਤ ਸਾਹਿਬ ਦੀ ਜਿਹੜੀ ਫੋਟੋ ਤੁਸੀਂ ਟੱਠੇ ਹੋਏ ਦੀ ਦੇਖਦੇ ਹੋ, ਇਹ ਹਾਲਾਤ 6 ਜੂਨ ਨੂੰ ਸਵੇਰੇ ਕੀਤੇ ਹੋਏ ਐਕਸ਼ਨ ਦੇ ਨਾਲ ਕੀਤੇ ਗਏ। ਜਦੋਂ ਸੰਤ ਜੀ ਨੂੰ ਪਤਾ ਲੱਗਾ ਕਿ 6 ਜੂਨ ਨੂੰ, ਉਹ 6 ਜੂਨ ਦੀ ਸਵੇਰ ਨੂੰ ਇਹ ਸਾਰਾ ਕੁਝ ਕੀਤਾ ਗਿਆ, ਸਾਰੇ ਜਿਹੜੇ ਉਹ ਬੰਬਾਂ ਦੇ ਨਾਲ ਸਾਰਾ ਪਾਸਾ ਉਜਾੜ ਦਿੱਤਾ ਗਿਆ, ਤੇ ਕਿਉਂਕਿ ਪਹਿਲੇ ਦਿਨ ਤੋਂ ਲਾਸ਼ਾਂ ਦੇ ਆਲਰੇਡੀ ਢੇਰ ਸੀ, ਸੜਾਂਦ ਬਹੁਤ ਹੋ ਚੁੱਕੀ ਸੀ, ਮਾਹੌਲ ਮਤਲਬ ਨਰਕ ਨੂੰ ਭੈੜਾ ਹੋ ਚੁੱਕਾ ਸੀਗਾ। ਤੇ ਉਸ ਵੇਲੇ ਫਿਰ ਸੰਤ ਜੀ ਨੇ ਜਿਹੜਾ ਉਹ ਆਪਣਾ ਸਾਹਮਣੇ ਡਟ ਕੇ ਟੈਂਕਾਂ ਦੇ ਸਾਹਮਣੇ ਹੋ ਕੇ ਲੜਨ ਦਾ ਜਿਹੜਾ ਉਹ ਫੈਸਲਾ ਕੀਤਾ। ਉਹ ਤੇ ਉਹਨਾਂ ਦੇ ਸਾਥੀ ਆਪਣੇ ਹੱਥ ਵਿੱਚ ਜਿਹੜੀਆਂ ਉਹ ਹਥਿਆਰ ਲੈ ਕੇ, ਤੇ ਜਿਹੜਾ ਅਕਾਲ ਤਖਤ ਸਾਹਿਬ ਦਾ ਫਰੰਟ ਸਾਈਡ ਅਸੀਂ ਦੇਖਦੇ ਹਾਂ, ਜਿਹੜਾ ਦਰਸ਼ਨ ਡਿਓੜੀ ਦਰਬਾਰ ਸਾਹਿਬ ਵਾਲੀ ਤੇ ਅਕਾਲ ਤਖਤ ਸਾਹਿਬ ਦਾ ਪਿਛਲਾ ਇੱਕ ਖੁੱਲਾ ਏਰੀਆ ਹੈ, ਉਹ ਸੰਤ ਜੀ ਨੇ ਉੱਥੇ ਆ ਕੇ ਜਿਹੜਾ ਉਹ ਫਾਇਰਿੰਗ ਕੀਤੀ। ਭਾਵੇਂ ਫਾਇਰਿੰਗ 'ਚ ਸਾਹਮਣੇ ਦੁਸ਼ਮਣ ਤਾਂ ਨਹੀਂ ਸੀ ਕਿਉਂਕਿ ਪੈਦਲ ਫੌਜ ਭੱਜ ਚੁੱਕੀ ਸੀ, ਪਰ ਉਹ ਕਿਉਂਕਿ ਘਰੋਂ ਪ੍ਰਾਣ ਕਰਕੇ ਆਏ ਸੀ ਔਰ ਉਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਿਹਾ ਸੀ ਕਿ ਮੈਂ ਸ਼ਹੀਦ ਹੋਵਾਂਗਾ, ਉੱਥੇ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ, ਉੱਥੇ ਹੀ ਉਹਨਾਂ ਦੀ ਸਮਾਂ ਆਪਣੇ ਕੋਲੇ ਘੱਟ ਆ ਭਾਈ ਸਾਹਿਬ, ਪਰ ਇੱਕ ਦੋ ਸਵਾਲ ਨੇ ਮੇਰੇ ਜਾਂਦੇ ਜਾਂਦੇ। ਉਹ ਇੱਕ ਸੰਤਾਂ ਨੇ ਸ਼ਹੀਦੀ ਦਿੱਤੀ ਸਾਡੇ ਵਾਸਤੇ, ਸਿੱਖ ਕੌਮ ਵਾਸਤੇ, ਤੇ ਨਾਲ ਹਜ਼ਾਰਾਂ ਹੀ ਜਿਹੜੇ ਬੇਦੋਸ਼ੇ ਸਾਡੇ ਭੈਣ ਭਰਾ ਬੱਚੇ ਪਰਿਵਾਰ ਸਾਰੇ ਉੱਥੇ ਸ਼ਹੀਦ ਹੋਏ। ਕੀ ਅਸੀਂ ਉਹਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਪਾ ਸਕੇ ਆ ਕਿ ਨਹੀਂ ਸਹੀ ਮਾਨਿਆਂ ਦੇ? ਮੈਂ ਸਿੰਗਲ ਲਾਈਨ 'ਚ ਕਹੂੰਗਾ, ਸਿੰਗਲ ਲਾਈਨ 'ਚ ਹੀ ਕਹਿਣਾ ਚਾਹੁੰਦਾ, ਬਹੁਤ ਸਾਰੇ ਲੋਕਾਂ ਨੇ ਉਹਨਾਂ ਨੇ ਭਾਵੇਂ ਲੀਡਰਾਂ ਨੇ, ਉਸ ਵੇਲੇ ਦੇ ਖਾਲਿਸਤਾਨੀਆਂ ਨੇ, ਅੱਜ ਦੇ ਕਈ ਅਖੌਤੀ ਖਾਲਿਸਤਾਨੀਆਂ ਨੇ ਉਹਦਾ ਮੁੱਲ ਨਹੀਂ ਪਾਇਆ। ਮੁੱਲ ਵੱਟਿਆ ਜ਼ਰੂਰ ਹੈ, ਮੁੱਲ ਵੱਟਿਆ ਬਹੁਤ ਲੋਕਾਂ ਨੇ, ਮੁੱਲ ਨਹੀਂ ਪਾਇਆ ਗਿਆ ਸਾਡੇ ਤੋਂ, ਕਿਉਂਕਿ ਕੌਮ ਸਿਰ ਜੋੜ ਕੇ ਨਹੀਂ ਬੈਠ ਸਕੀ। ਇੱਕ ਵੀ ਅਸੀਂ 84 ਤੋਂ ਬਾਅਦ ਐਨਾਲਿਸਿਸ ਦੀ ਕਾਨਫਰੰਸ ਨਹੀਂ ਕੀਤੀ, ਮਿਲ ਬੈਠ ਕੇ ਸਾਰੇ ਧੜਿਆਂ ਨੇ ਨਹੀਂ ਸੋਚਿਆ। ਜਿਵੇਂ ਅਸੀਂ ਪਹਿਲੇ 2 ਘੱਲੂਘਾਰੇ ਜਿਹੜੇ ਕੌਮ ਤੇ ਹੋਏ ਉਹਦੇ 'ਚ ਸਿਰ ਜੋੜ ਕੇ ਸੋਚਦੇ ਸੀ ਕਿ ਕੀ ਖੱਟਿਆ ਕੀ ਗਵਾਇਆ। 36 ਸਾਲ ਹੋ ਚੁੱਕੇ, ਦੁੱਖ ਨਾਲ ਕਹਿਣਾ ਪੈਂਦਾ, ਸਾਡੀ ਕੌਮ ਦੇ ਸਾਰੇ ਧੜਿਆਂ ਨੇ ਇੱਕ ਵਾਰੀ ਵੀ ਇਕੱਠੇ ਹੋ ਕੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਆਪਾਂ ਕੀ ਖੱਟਿਆ ਤੇ ਕੀ ਗਵਾਇਆ। ਇਹ ਦੁੱਖ ਦੀ ਗੱਲ ਹੈ। ਸਾਡਾ ਜਿਹੜਾ ਸਾਹਿਤ ਉਹ ਵੀ ਬੜਾ ਨਸ਼ਟ ਕੀਤਾ ਗਿਆ, ਜਾਂ ਉਹ ਅਲੋਪ ਹੀ ਕਰ ਦਿੱਤਾ ਗਿਆ, ਉਹਨੂੰ ਟਰੱਕਾਂ ਦੇ ਟਰੱਕ ਭਰ ਕੇ ਲੈ ਗਏ। ਔਰ ਮੈਨੂੰ ਹੈਰਾਨੀ ਹੁੰਦੀ ਹੈ ਭਾਈ ਸਾਹਿਬ, ਜਦੋਂ ਹੁਣ ਰੀਸੈਂਟਲੀ ਮੈਂ ਕੱਲ ਪਰਸੋਂ ਸੁਣ ਰਹੀ ਸੀ, ਸਾਡੀਆਂ ਜਿਹੜੀਆਂ ਸਭ ਤੋਂ ਵੱਧ ਜ਼ਿੰਮੇਵਾਰ ਜਿਹੜੀਆਂ ਸੰਸਥਾਵਾਂ ਨੇ, ਧਾਰਮਿਕ ਸੰਸਥਾਵਾਂ, ਉਹਨਾਂ ਦੇ ਆਗੂ ਇਹ ਕਹਿ ਰਹੇ ਨੇ ਕਿ ਹੁਣ ਸਾਨੂੰ ਚਾਹੀਦਾ ਇਹ ਹੈ ਕਿ ਇਹ ਜਿਹੜੀ ਹਿਸਟਰੀ ਹੈ ਸਾਡੀ 1984 ਤੋਂ ਲੈ ਕੇ ਹੁਣ ਤੱਕ, ਇਹਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ।
ਸਾਨੂੰ ਵਿਦਵਾਨਾਂ ਦਾ ਇੱਕ ਪੈਨਲ ਬਣਾ ਕੇ ਉਹਨਾਂ ਨੂੰ ਬੇਨਤੀ ਕਰੀਏ ਵੀ ਭਾਈ ਜਿਹੜੇ ਲੋਕਾਂ ਨੇ ਆਪਣੇ ਤਨ ਤੇ ਹੰਢਾਇਆ ਇਸ ਸੰਤਾਪ ਨੂੰ, ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਕ ਦਸਤਾਵੇਜ਼ ਹੈ, ਇੱਕ ਡਾਕੂਮੈਂਟਰੀ ਹੈ ਜਿਹੜੀ ਉਹ ਤਿਆਰ ਕੀਤੀ ਜਾਵੇ, ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਅਸੀਂ ਕੀ ਕੀ ਹੰਢਾਇਆ ਆਪਣੇ ਪਿੰਡੇ ਤੇ। ਤੁਹਾਨੂੰ ਨਹੀਂ ਲੱਗਦਾ ਵੀ ਇਹ 36 ਸਾਲ ਪਹਿਲਾਂ ਇਹ ਤਾਂ ਦੂਸਰੇ ਦਿਨ ਤੋਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਸੀ? ਅਸੀਂ ਬਹੁਤ ਲੇਟ ਹੋ ਚੁੱਕੇ ਹਾਂ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਦੋ ਗੱਲਾਂ ਇਹਦੇ ਬਾਰੇ ਕਹਿਣਾ ਚਾਹੁੰਦਾ ਜੀ ਕਿ 36 ਸਾਲਾਂ ਬਾਅਦ ਵੀ ਕੌਮ ਜੇ ਆਪਣਾ ਇਹ ਸਾਹਿਤ, ਇਹ ਵਿਰਸਾ ਨਹੀਂ ਸੰਭਾਲ ਸਕੀ, ਜਾਂ ਆਪਸ ਵਿੱਚ ਉਲਝ ਕੇ ਮਤਲਬ ਇੱਕ ਬਿਸਤਰੀ ਟਕਸਾਲੀ, ਇਹ ਫਲਾਣੇ, ਇਹ ਖੰਡ ਕੀ ਜਥੇ ਨਾਨਕ ਸਰੀਏ, ਇਹ ਸੰਤ ਜੀ, ਇਹ ਬਲਾ, ਉਹ ਸਾਰੀਆਂ ਚੀਜ਼ਾਂ 'ਚ ਅਸੀਂ ਜਿਹੜਾ ਬਹੁਤ ਬੁਰੀ ਤਰ੍ਹਾਂ ਉਲਝ ਗਏ। ਦੁਸ਼ਮਣ ਵੀ ਚਾਹੁੰਦਾ ਸੀ ਵੀ ਇਹ ਆਪਣੀਆਂ ਉਹ ਹੱਕੀ ਮੰਗਾਂ, ਕਿਉਂਕਿ ਮੰਗਾਂ ਤਾਂ ਅਜੇ ਵੀ 36 ਸਾਲਾਂ ਬਾਅਦ ਪੂਰੀਆਂ ਨਹੀਂ ਹੋਈਆਂ, ਹੁਣ ਉਹ ਮੰਗਾਂ ਕੌਣ ਮੰਗੇਗਾ? ਸੰਤ ਜੀ ਤੇ ਸ਼ਹੀਦ ਹੋ ਗਏ, ਉਸ ਤੋਂ ਮਗਰੋਂ ਕੌਮ ਦਾ 36 ਸਾਲ ਹੋ ਗਏ, ਕੋਈ ਸਿੱਖ ਆਗੂ ਨਹੀਂ ਬਣ ਸਕਿਆ। ਸੋ ਜਿਹੜੇ ਸਿੱਖ ਆਗੂ ਬਣੇ ਉਹ ਸਾਰੇ ਵਿਕਾਊ ਸੀਗੇ, ਉਹਨਾਂ ਨੇ ਪੈਸਿਆਂ ਦੀ ਖਾਤਰ ਇਹਨਾਂ ਸਾਰੀਆਂ ਚੀਜ਼ਾਂ ਦਾ ਮੁੱਲ ਵੱਟਿਆ, ਕਿਉਂਕਿ ਕਾਂਗਰਸ ਨੇ ਕਰਾਇਆ ਸੀ, ਕਾਲੀਆਂ ਨੂੰ ਸੱਤਾ ਮਿਲ ਗਈ, ਉਹਨਾਂ ਨੇ 10 ਸਾਲ ਪੰਜਾਬ ਨੂੰ ਲੁੱਟ ਕੇ ਤੇ ਆਪਣੇ ਘਰ ਭਰ ਦੇ। ਸੋ ਮਸਲਾ ਇਹ ਹੈ ਜੀ ਕਿ ਇਹ ਦੁੱਖ ਦੀ ਗੱਲ ਹੈ ਕਿ 36 ਸਾਲਾਂ ਬਾਅਦ ਵੀ ਅਸੀਂ ਆਪਣਾ ਸਰਮਾਇਆ ਨਹੀਂ ਸੰਭਾਲ ਸਕੇ। ਪਰ ਦੂਜਾ ਪਹਿਲੂ ਇਹਦਾ ਇਹ ਹੈ ਕਿ ਜੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਹ ਸੰਭਾਲਣਾ ਚਾਹੀਦਾ, ਮੈਂ ਇਹਨੂੰ ਇਸ ਸੰਦਰਭ 'ਚ ਵੀ ਵੇਖਦਾ ਕਿ ਜੇ 36 ਸਾਲ ਅਸੀਂ ਇੱਕ ਆਥੈਂਟਿਕ ਡਾਕੂਮੈਂਟ ਆਪਣੀ ਆਉਣ ਵਾਲੀ ਪਨੀਰੀ, ਅਜੇ ਵੀ ਸਵਾਲ ਪੁੱਛੀ ਜਾਂਦੀ, ਉਹਨੂੰ ਨਹੀਂ ਦੇ ਸਕੇ, ਤੇ ਕਮ ਸੇ ਕਮ ਦੇਰ ਆਏ ਦਰੁਸਤ ਆਏ, ਹੁਣ ਹੀ ਸਾਰੇ ਜਣੇ ਇਕੱਠੇ ਹੋ ਕੇ ਬੈਠ ਕੇ ਦੇ ਦਈਏ। 36 ਸਾਲ ਬਹੁਤ ਹੁੰਦੇ ਨੇ, ਪਰ ਕੱਲ ਨੂੰ ਕੋਈ ਇਹ ਕਵੇ ਕਿ 66 ਸਾਲ ਹੋ ਗਏ ਤੁਸੀਂ ਕੱਖ ਨਹੀਂ ਕੀਤਾ, 36 ਸਾਲਾਂ ਬਾਅਦ ਹੀ ਕਰ ਲਿਆ, ਮੈਨੂੰ ਲੱਗਦਾ ਕਿ ਇਹ ਕਰ ਹੀ ਲੈਣਾ ਚਾਹੀਦਾ। ਖਾਲਿਸਤਾਨ ਦੇ ਪ੍ਰਤੀ ਸੰਤਾਂ ਦਾ ਕੀ ਨਜ਼ਰੀਆ ਸੀ? ਖਾਲਿਸਤਾਨ ਦੇ ਪ੍ਰਤੀ ਸੰਸਥਾ ਦਾ ਹਮੇਸ਼ਾ ਬੋਲ ਕੇ ਇਹੀ ਨਜ਼ਰੀਆ ਸੀ ਵੀ ਅਸੀਂ ਕੋਈ ਵੱਖਰੀ ਸਟੇਟ ਖਾਲਿਸਤਾਨ ਨਹੀਂ ਮੰਗਦੇ, ਸਰਕਾਰ ਸਾਨੂੰ ਧੱਕੇ ਨਾ ਦੇਣਾ ਚਾਹੁੰਦੀ ਹੈ ਤੇ ਦੇ ਦੇ। ਪਰ ਇੱਕ ਗੱਲ ਕਲੀਅਰ ਹੈ ਕਿ ਮੈਂ ਇਸ ਗੱਲ ਦਾ ਹਾਮੀ ਹਾਂ ਜੋ ਉਹਨਾਂ ਨੇ ਕਿਹਾ ਕਿ ਸਾਨੂੰ ਬਰਾਬਰ ਦੇ ਸ਼ਹਿਰੀ ਹੋਣ ਦਾ ਜਿਹੜਾ ਉਹ ਮਿਲਣਾ ਚਾਹੀਦਾ। ਹੁਣ ਤੁਸੀਂ ਦੇਖ ਰਹੇ ਹੋ ਸੰਤਾਂ ਦੇ ਜਾਣ ਤੋਂ ਬਾਅਦ ਵੀ ਅੱਜ ਮੁਸਲਮਾਨਾਂ ਲਈ ਕਾਨੂੰਨ ਇੰਡੀਆ 'ਚ ਹੋਰ ਹੈ, ਸਿੱਖਾਂ ਲਈ ਹੋਰ ਹੈ, ਘੱਟ ਗਿਣਤੀਆਂ ਲਈ ਹੋਰ ਹੈ, ਦਲਿਤਾਂ ਲਈ ਹੋਰ ਹੈ। ਸੋ ਮਸਲਾ ਇਸ ਗੱਲ ਦਾ ਜੀ ਕਿ ਕੀ ਇੱਥੇ ਦੇਸ਼ ਦਾ ਸੰਵਿਧਾਨ ਜਿਹੜਾ ਲੋਕਤੰਤਰੀ ਹੈ, ਇਹਦੇ ਵਿੱਚ ਸੀਕ੍ਰੇਟ ਸਰਵਿਸਿਜ਼ ਦੀ ਜਿਹੜੀ ਪੈਨੀਟ੍ਰੇਸ਼ਨ ਹੈ, ਜਾਂ ਜਿਹੜਾ ਬਿਊਰੋਕਰੇਟਸ ਨੇ, ਜਾਂ ਜਿਹੜਾ ਅੱਜ ਇੱਕ ਕਾਰਪੋਰੇਟ ਸੈਕਟਰ ਨੇ ਇੰਡੀਆ ਤੇ ਕਬਜ਼ਾ ਕਰ ਲਿਆ, ਇਹ ਸਾਰਾ ਕੁਝ ਜਿਹੜਾ ਹੈ ਉਹ ਅੱਜ ਦੱਸਦਾ ਹੈ ਕਿ ਸੰਤ ਜੀ ਕਿਹੜੀਆਂ ਗੱਲਾਂ ਕਹਿੰਦੇ ਸੀ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਸਾਨੂੰ ਉਹ ਮਿਲਣਾ ਚਾਹੀਦਾ, ਅਸੀਂ ਬਰਾਬਰ ਦੇ ਸ਼ਹਿਰੀ ਹੋਣੇ ਚਾਹੀਦੇ ਹਾਂ ਇੰਡੀਅਨ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ। ਅੱਜ ਵੀ ਅਸੀਂ ਹਿੰਦੂਆਂ ਦਾ ਇੱਕ ਅੰਗ ਹੀ ਹਾਂ, ਜਿਹੜੀ ਉਹਨਾਂ ਦੀ ਧਾਰਾ 25 ਹੈ ਉਹਦੇ ਤਹਿਤ। ਸੋ ਉਹ ਇਹ ਚੀਜ਼ਾਂ ਮੰਗਦੇ ਸੀਗੇ ਕਿ ਅਸੀਂ ਕਿਉਂਕਿ ਕਹਿੰਦੇ ਆ ਵੀ ਜੂਸ ਜਿਹੜਾ ਉਹ ਸੰਤਰੇ ਚੋਂ ਨਿਕਲ ਸਕਦਾ, ਵੜ ਨਹੀਂ ਸਕਦਾ। ਵੀ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੁਰਖੇ ਹਿੰਦੂ ਸੀ, ਪਰ ਇਹਦੇ ਨਾਤੇ ਅਸੀਂ ਜਿਹੜੇ ਉਹ ਕੋਈ ਹਿੰਦੂ ਨਹੀਂ ਆ। ਸੋ ਉਹਨਾਂ ਨੇ ਬਰਾਬਰ ਦੇ ਸ਼ਹਿਰੀ, ਸੰਵਿਧਾਨ ਦੀ ਬਰਾਬਰਤਾ ਦੀ, ਜੋ ਗੁਰੂ ਨਾਨਕ ਦਾ ਕਨਸੈਪਟ ਹੈ ਯੂਨੀਵਰਸਲ ਬਰਾਬਰਤਾ ਦਾ, ਉਹ ਉਹਨਾਂ ਨੇ ਕਿਹਾ ਵੀ ਸਾਨੂੰ ਇਹਦੇ ਵਿੱਚ ਇੰਡੀਆ 'ਚ ਰਹਿੰਦਿਆਂ ਹੋਇਆਂ ਬਰਾਬਰ ਦੇ ਅਧਿਕਾਰ ਦਿਓ, ਪਾਣੀਆਂ ਦੀ ਰਾਇਲਟੀ ਦਿਓ, ਤੇ ਸਾਡਾ ਚੰਡੀਗੜ੍ਹ ਜਿਹੜਾ ਸਾਡੀ ਕੈਪੀਟਲ ਆ ਐਟਲੀਸਟ ਉਹ ਤਾਂ ਸਾਨੂੰ ਦਿਓ। ਖਾਲਿਸਤਾਨ ਨਾ ਮੰਗਿਆ ਸੀ, ਨਾ ਕੋਈ ਉਹਨਾਂ ਦਾ ਇਸ ਗੱਲ ਨਾਲ ਲੈਣਾ ਜੀ। ਅਖੀਰ ਤੇ ਸਮੁੱਚੀ ਸਿੱਖ ਕੌਮ ਨੂੰ ਸੰਖੇਪ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਅੰਤ ਵਿੱਚ ਜਿੰਨੇ ਵੀ ਤੁਹਾਡੇ ਸਰੋਤੇ, ਖਾਸ ਕਰਕੇ ਕਿਉਂਕਿ ਕੈਨੇਡਾ 'ਚ ਗੱਲ ਚੱਲ ਰਹੀ ਹੈ ਤਾਂ ਬਹੁਤ ਪੜ੍ਹੇ ਲਿਖੇ ਤੇ ਜ਼ਿਆਦਾ ਸਾਡੇ ਨਾਲੋਂ ਜ਼ਿਆਦਾ ਐਡਵਾਂਸ ਨੇ, ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਹਰ ਇੱਕ ਸਿੱਖ ਆਪਣੀ ਜ਼ਿੰਮੇਵਾਰੀ ਮਹਿਸੂਸ ਕਰੇ। ਅੱਜ ਜੇ 36 ਸਾਲਾਂ ਬਾਅਦ ਤੁਸੀਂ ਸੰਤ ਜੀ ਨੂੰ ਕੋਸਣਾ ਹੈ, ਕਿਸੇ ਨੂੰ ਕੋਸਣਾ ਹੈ, ਉਹਦੇ ਨੂੰ ਚੰਗਾ ਕਿ ਆਉਣ ਵਾਲੇ 66 ਸਾਲਾਂ ਬਾਅਦ ਕੋਈ ਸਾਨੂੰ ਕੋਸੇ। ਅਸੀਂ ਆਪਣੀ ਕੌਮ ਦੀ ਜਿਹੜੀ ਇੰਟਰਨੈਸ਼ਨਲ ਸਿਨੈਰੀਓ 'ਚ, ਅੱਜ ਕੈਨੇਡਾ ਦੇ ਵਿੱਚ ਸਿੱਖ ਕੌਮ ਬਹੁਤ ਚੜ੍ਹਦੀ ਕਲਾ 'ਚ ਹੈ, ਉਹ ਤੁਹਾਡੇ ਪੋਲੀਟੀਕਲ ਐਕਸ਼ਨਸ ਕਰਕੇ ਵੀ ਹੈ, ਬਟ ਤੁਹਾਡੇ ਥਾਟਸ ਕਰਕੇ ਵੀ ਹੈ। ਸੋ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਸਿੱਖ ਨੌਜਵਾਨ ਆਪਣੇ ਇਤਿਹਾਸ ਨੂੰ ਪੜ੍ਹੇ, ਗੁਰਬਾਣੀ ਨੂੰ ਪੜ੍ਹੇ, ਗੁਰੂ ਨਾਨਕ ਸਾਹਿਬ ਦਾ ਯੂਨੀਵਰਸਲ ਸਿਸਟਮ ਪੜ੍ਹੇ। UNO ਅੱਜ ਤੁਹਾਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੀ ਹੈ, ਕੈਨੇਡਾ ਦੀ ਪਾਰਲੀਮੈਂਟ ਵਿੱਚ ਅਖੰਡ ਪਾਠ ਹੋ ਰਹੇ ਨੇ। ਇਹਨਾਂ ਚੀਜ਼ਾਂ ਨੂੰ, ਗੁਰੂ ਨਾਨਕ ਦੀ ਆਈਡੀਓਲੋਜੀ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਓ, ਕਿਉਂਕਿ ਇਹ ਕਿਸੇ ਇੱਕ ਧਰਮ ਦੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ 'ਚ ਕਿਸੇ ਇੱਕ ਧਰਮ ਬਾਰੇ ਨਹੀਂ ਗੱਲ ਕੀਤੀ, ਗੁਰੂ ਨਾਨਕ ਸਾਹਿਬ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵਸਿੰਦਿਆਂ ਦੀ ਬਾਣੀ ਹੈ। ਸੋ ਉਹਨਾਂ ਨੇ ਜੋ ਸਿੱਖਿਆਵਾਂ ਯੂਨੀਵਰਸਲ ਹਿਊਮੈਨਿਟੀ ਵਾਸਤੇ ਦਿੱਤੀਆਂ ਨੇ, ਅੱਜ ਸਾਨੂੰ ਲੋੜ ਹੈ ਕਿ ਉਹਦੀ ਸਹੀ ਗੱਲ ਨੂੰ ਸਮਝ ਕੇ ਅਸੀਂ ਪੂਰੀ ਦੁਨੀਆ 'ਚ ਲੈ ਕੇ ਜਾਈਏ, ਨਾ ਕਿ ਆਪਸੀ ਨਿੱਕੀਆਂ-ਨਿੱਕੀਆਂ ਗੱਲਾਂ 'ਚ ਉਲਝ ਕੇ, ਲੜਾਈਆਂ ਝਗੜੇ, ਗੋਲਕਾਂ ਦੇ, ਗੁਰਦੁਆਰਿਆਂ ਦੇ ਝਗੜਿਆਂ 'ਚ ਫਸ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਤਾਂ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਮੰਨ ਨਹੀਂ ਰਹੇ, ਗੁਰੂ ਨੂੰ ਮੰਨ ਤਾਂ ਰਹੇ, ਗੁਰੂ ਦੀ ਨਹੀਂ ਮੰਨ ਰਹੇ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਉਹ ਜਿਹੜੀ ਯੂਨੀਵਰਸਲ, ਜਿਹਨੂੰ UNO ਅੱਜ ਰੈਕੋਗਨਾਈਜ਼ ਕਰ ਰਹੀ ਹੈ, UNO ਅੱਜ ਜਿੰਨੇ ਵੀ ਸਮੱਸਿਆਵਾਂ ਦੇ ਉੱਤੇ ਚਿੰਤਾ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਸਾਰਿਆਂ ਦਾ ਹੱਲ ਕਰਕੇ ਦੱਸਿਆ। ਲੋੜ ਹੈ ਕਿ ਪੜ੍ਹਿਆ ਲਿਖਿਆ ਤਬਕਾ ਸਾਡਾ ਉਹ ਗੱਲਾਂ ਅੱਜ ਪੂਰੀ ਦੁਨੀਆ ਤੱਕ ਲੈ ਕੇ ਜਾਵੇ। ਕੱਲਾ ਲੰਗਰ ਅਜੇ ਤੁਹਾਡਾ ਦੁਨੀਆ ਤੱਕ ਗਿਆ ਤੇ ਦੁਨੀਆ ਤੁਹਾਨੂੰ ਸਲਾਮ ਕਰਦੀ ਹੈ।
अजे पंगत विमन एम्पावरमेंट, अजे माता तरतम हत बलिहारी कुदरत वसिया मीरी पीरी सुकृत। ये सिद्धांत तो अजे जिदन दुनिया को पता लगे लोग सिखां दे पैर धो के पीणगे, पर गल फिर उही आउंदी है आपसी झगड़े छड्ड के गुरु के सिद्धांत को दुनिया तक पहुंचाने का यतन करिए। बहुत बहुत मेहरबानी तुहाडी, समा कढिया तुसीं, बहुत विस्तार दे विच गल्लां बातां कीतियां ने। अनेकां ही टॉपिक ने जिहड़े अज दी गलबात दे विचों होर निकले ने, जिन्हां नूं आपां वक्त दर वक्त डिस्कस करते रहांगे। बहुत बहुत शुक्रिया जी तुहाडा। तुहाडा भी बहुत बहुत धन्यवाद जी सारे स्रोते। वाहिगुरू जी का खालसा, वाहिगुरू जी की फतेह जी। ਇਹ ਸੀ ਜੀ ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ। ਦੋਸਤੋ ਅਗਲੇ ਹਫਤੇ ਤੱਕ ਸਾਰਾ ਕੁਝ ਠੀਕ ਠਾਕ ਰਿਹਾ ਤੇ ਫਿਰ ਮਿਲਾਂਗੇ, ਫਿਰ ਗੱਲਾਂ ਬਾਤਾਂ ਕਰਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।